ਤਾਂ ਬਾਹਰੀ ਪੜ੍ਹਾਈ ਹੁੰਦੀ ਆ, ਉਹਨੂੰ ਅਸੀਂ ਸਕੂਲਾਂ ਵਗੈਰਾ 'ਚ ਜਾਂਦੇ ਹਾਂ ਜਾਂ ਕਿਸੇ ਦੂਸਰੇ ਵਿਅਕਤੀ ਕੋਲੋਂ ਸਿੱਖਦੇ ਹਾਂ। ਉਸੇ ਤਰ੍ਹਾਂ ਅਧਿਆਤਮਵਾਦ ਦਾ ਸੰਬੰਧ ਦੱਸਿਆ ਜਾਂਦਾ ਕਿ ਜਿਹੜਾ ਅੰਦਰੂਨੀ ਤੌਰ ਤੇ ਜਿਹੜੀ ਪੜ੍ਹਾਈ ਹੁੰਦੀ ਆ ਉਹਨੂੰ ਅਧਿਆਤਮਵਾਦ ਕਿਹਾ ਜਾਂਦਾ। महज 20 साल की उम्र ਦੇ ਵਿੱਚ ਨੌਜਵਾਨ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਜਵਾਨੀ ਦੇ ਵਿੱਚ ਬਹੁਤ ਸਾਰੇ ਜ਼ਿੰਦਗੀ ਦੇ ਲੁਤਫ ਉਠਾਉਂਦੇ ਨੇ ਤੇ ਪਰ ਤੁਸੀਂ ਆਪਣੀ 20 ਸਾਲ ਦੀ ਉਮਰ ਦੇ ਵਿੱਚ ਹੀ ਅਧਿਆਤਮਵਾਦ ਵੱਲ ਨੂੰ ਤੁਰ ਪਏ ਕਿਉਂ? ਬਸ ਇਹੀ ਦੱਸਿਆ ਜਾਂਦਾ ਅਸੀਂ ਇੱਕ ਆਤਮਾ ਵਾ ਜੀ, ਉਹ ਵੀ ਕੋਈ ਸਾਨੂੰ ਬਾਹਰ ਦੱਸਦਾ, ਜ਼ਰੂਰੀ ਨਹੀਂ ਕਿ ਅਸੀਂ ਆਤਮਾ ਹੀ ਹੋਈਏ, ਕੁਝ ਹੋਰ ਚੀਜ਼ ਵੀ ਹੋ ਸਕਦੇ ਆ। ਹਾਲ ਮੌਜੂਦਾ ਤੌਰ ਤੇ ਜਿਹੜੀ ਪੋਸੀਬਿਲਿਟੀ ਆ, ਇਹ ਜਿਵੇਂ ਆਪਣੀ ਉਦਾਹਰਨ ਲਵਾਂ ਤਾਂ ਆਹ ਇੰਟਰਵਿਊ ਦੇ ਰਹੀ ਹੈ, ਹੁਣ ਜੇ ਮੈਂ ਸੌਂ ਜਾਊਂਗਾ ਤਾਂ ਉਹ ਪੋਸੀਬਿਲਿਟੀ ਟਰਾਂਸਪੋਰਟ ਹੋ ਕੇ ਇੱਕ ਤਰੀਕੇ ਨਾਲ ਸੁਪਨਿਆਂ ਨੂੰ ਜੀਣ ਲੱਗੇਗੀ। ਫਿਰ ਕਈ ਵਾਰ ਕੀ ਹੁੰਦਾ, ਜਿਹੜੇ ਬੰਦੇ ਧਿਆਨ ਕਰਦੇ ਆ ਉਹਨਾਂ ਦੀ ਜਿਹੜੀ ਪੋਸੀਬਿਲਿਟੀ, ਉਹ ਧਿਆਨ ਦੀ ਗਹਿਰਾਈ ਇੰਨੀ ਹੋ ਜਾਂਦੀ ਆ ਕਿ ਉਹ ਆਪਦੇ ਹੀ ਇਸ ਸਰੀਰ 'ਚ ਚਲੇ ਜਾਂਦੀ। ਰੋਸ਼ਨੀ ਕੀ ਹੁੰਦੀ ਅਸਲ 'ਚ, ਉਹਨਾਂ ਦਾ ਧਿਆਨ ਆਪਦੇ ਹੀ ਸਰੀਰ ਦੀਆਂ ਇੰਨੀਆਂ ਗਹਿਰਾਈਆਂ 'ਚ ਚਲ ਜਾਂਦਾ ਕਿ ਉਹ ਆਪਦੇ ਹੀ ਅੰਦਰੂਨੀ ਸਰੀਰ ਨੂੰ, ਅੰਦਰੂਨੀ ਕਿਸੇ ਹਿੱਸੇ ਨੂੰ ਰੋਸ਼ਨੀ ਦੇ ਤੌਰ ਤੇ ਦੇਖਣ ਲੱਗ ਜਾਂਦੇ ਨੇ। ਚੁੰਡੀ ਆਪਣੇ ਆਪ ਨੂੰ ਵੜਦਾ ਕਿਸੇ ਹੱਥ ਤੇ ਤਾਂ ਮੈਂ ਮਹਿਸੂਸ ਕਰ ਪਾ ਰਿਹਾ। ਇਹ ਜਿਹੜਾ ਮਹਿਸੂਸ ਕਰਨਾ, ਇਹਦਾ ਕਾਰਨ ਚੇਤਨਾ ਵਾ। ਹੁਣ ਸ਼ੂਨਯ ਨੂੰ ਆਪਾਂ ਅਚੀਵ ਕਿਵੇਂ ਕਰ ਸਕਦੇ ਹਾਂ, ਇਹਦਾ ਵੀ ਆਪਣਾ ਇੱਕ ਰਸਤਾ ਹੁੰਦਾ। ਜਿਵੇਂ ਕਿ ਇੱਕ ਫਿਲਾਸਫਰ ਹੋਏ ਸੀ ਜਿਨ੍ਹਾਂ ਤੇ ਮੈਂ ਆਰਟੀਕਲ ਵੀ ਲਿਖਿਆ ਹੋਇਆ, ਓਸ਼ੋ, ਉਹ ਜ਼ਿਆਦਾਤਰ ਇਹਦੀ ਉਹ ਗੱਲ ਕਰਦੇ ਸੀ, ਜਦ ਕਿ ਇਹਦਾ ਕੋਈ ਖਾਸ ਕੋਈ ਵਰਤੋਂ ਨਹੀਂ ਹੈਗੀ। ਜੇ ਆਰਟੀਕਲ ਦੇ ਵਿੱਚ ਪ੍ਰਮਾਤਮਾ ਹੀ ਅਸਲ ਹੱਲ ਹੈ, ਮਤਲਬ ਕਿ ਤੁਸੀਂ ਪ੍ਰਮਾਤਮਾ ਦੀ ਵੀ ਗੱਲ ਕਰਦੇ ਹੋ, ਕੁਦਰਤ ਦੀ ਵੀ ਗੱਲ ਕਰਦੇ ਹੋ। ਜ਼ਿਆਦਾਤਰ ਜਿਹੜੇ ਜੋ ਬੁੱਧੀਜੀਵੀ ਹੁੰਦੇ ਨੇ, ਪ੍ਰਮਾਤਮਾ ਤੇ ਕੁਦਰਤ ਨੂੰ ਅਲੱਗ-ਅਲੱਗ ਕਰਕੇ ਜਾਣਦੇ ਨੇ। ਜੇ ਨਸ਼ੇ ਦੀ ਪੂਰਤੀ ਵੀ ਕਰ ਰਹੇ ਹਾਂ ਤਾਂ ਕਾਹਦੇ ਲਈ ਕਰ ਰਹੇ ਹਾਂ? ਜਿਵੇਂ ਮੈਂ ਦੇਖਿਆ ਹੁੰਦਾ, ਜਿਹੜੇ ਨਸ਼ੇ ਕਰਦੇ ਉਹ ਬਸ ਲੰਮੇ ਪਏ ਹੁੰਦੇ ਆ। ਮਤਲਬ ਇੱਕ ਤਰੀਕੇ ਨਾਲ ਉਹ ਕੀ ਕਰ ਰਹੇ ਨੇ, ਉਹ ਸੰਸਾਰ ਤੋਂ ਅਲੱਗ ਹੋ ਰਹੇ ਨੇ ਤੇ ਆਪਦੇ ਆਪ 'ਚ ਬਸ ਸੁੱਖ 'ਚ ਉਹ ਲਿਟੇ ਰਹਿੰਦੇ ਨੇ। ਹੁਣ ਇੱਥੋਂ ਇੱਕ ਗੱਲ ਫਿਰ ਤੋਂ ਕਲੀਅਰ ਹੋ ਜਾਂਦੀ ਹੈ, ਸਾਡੀ ਚਾਹਤ ਜਿਹੜੀ ਉਹ ਪੋਸੀਬਿਲਿਟੀ, ਉਹ ਚਾਹੁੰਦੀ ਕੀ ਆ? ਉਹ ਅਸਲ 'ਚ ਸ਼ਾਂਤੀ ਹੀ ਚਾਹੁੰਦੀ ਆ। ਉਹ ਚਾਹੁੰਦੀ ਆ ਜਿਹੜਾ ਸੰਸਾਰ ਹੈ ਉਹ ਤੋਂ ਖਹਿੜਾ ਛੁੱਟੇ ਥੋੜੀ ਦੇਰ ਲਈ ਤੇ ਮੈਂ ਸ਼ਾਂਤ ਹੋ ਜਾ। ਅਧਿਆਤਮਵਾਦ ਬਹੁਤ ਜ਼ਿਆਦਾ ਸਾਰਥਕ ਹੋ ਸਕਦਾ ਨਸ਼ਿਆਂ ਤੋਂ ਨੌਜਵਾਨ ਜਿਹੜੇ ਆਪਣੇ ਆਪ ਨੂੰ ਦੂਰ ਵੀ ਹੋ ਸਕਣ ਤੇ ਕੁਦਰਤ ਤੇ ਪ੍ਰਮਾਤਮਾ ਨੂੰ ਵੀ ਜਾਣ ਸਕਣ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਮਹਿਦੂਦਾ ਚੈਨਲ ਦੇਸ਼ ਦੁਨੀਆ ਦੇ ਵਿੱਚ ਦਰਸ਼ਕਾਂ ਦਾ ਸਵਾਗਤ ਕਰਦਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਗੁੜਚ ਨੇ ਤੇ ਬਹੁਤ ਸਾਰੀਆਂ ਹੋਰ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਦੇ ਵਿੱਚ ਗਲਤੀਨ ਨੇ ਤੇ ਅਜਿਹੇ ਸਮੇਂ ਦੇ ਵਿੱਚ ਇੱਕ ਨੌਜਵਾਨ ਮਹਿਜ਼ 20 ਸਾਲ ਦੀ ਉਮਰ ਦੇ ਵਿੱਚ ਇੱਕ ਕਲਮ ਚਲਾਉਣ ਦਾ ਕੰਮ ਕਰ ਰਿਹਾ, ਜਿਹੜਾ ਕਿ ਸਿਰਫ ਖੁਦ ਨੂੰ ਹੀ ਨਹੀਂ ਚੰਗਾ ਬਣਾ ਰਿਹਾ ਬਲਕਿ ਜੇਕਰ ਉਹਨਾਂ ਦੇ ਲੇਖ ਨੇ ਜੋ ਅੱਜ ਦਾ ਨੌਜਵਾਨ ਜਾਂ ਲੋਕ ਵੀ ਪੜ੍ਹਨ ਤਾਂ ਉਹ ਚੰਗੀ ਦਿਸ਼ਾ ਦੇ ਵਿੱਚ ਜਾ ਸਕਦੇ ਨੇ। ਮਹਿਜ਼ 20 ਸਾਲ ਦੀ ਉਮਰ ਦੇ ਵਿੱਚ ਇਹ ਨੌਜਵਾਨ ਜਿੱਥੇ ਦੇਸ਼ ਦੁਨੀਆ ਅਖਬਾਰ ਚੈਨਲ ਦਾ ਸਹਿ ਸੰਪਾਦਕ ਆ, ਉੱਥੇ ਹੀ ਆਪਣੀ ਕਲਮ ਨੂੰ ਅਧਿਆਤਮਵਾਦ ਵਰਗੇ ਵਿਸ਼ਿਆਂ ਦੇ ਉੱਤੇ ਚਲਾ ਰਿਹਾ ਤੇ ਇਹ ਨੌਜਵਾਨ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਆ ਤੇ ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਪਹਿਲਾ ਆਰਟੀਕਲ ਆ ਉਹ ਅਧਿਆਤਮਵਾਦ, ਉਸ ਦੇ ਉੱਤੇ ਗੱਲ ਕਰਾਂਗੇ ਤੇ ਲਗਾਤਾਰ ਜਿਹੜੇ ਇਹਨਾਂ ਦੇ 20 ਤੋਂ ਜ਼ਿਆਦਾ ਆਰਟੀਕਲ ਇਹ ਲਿਖ ਚੁੱਕੇ ਨੇ ਤੇ ਉਹਨਾਂ ਦੇ ਉੱਤੇ ਲੜੀਵਾਰ ਜਿਹੜੀ ਅਸੀਂ ਇਸੇ ਸਟੂਡੀਓ ਦੇ ਵਿੱਚ ਗੱਲ ਕਰਾਂਗੇ। ਤੇ ਇਸ ਤੋਂ ਬਿਨਾਂ ਇਹਨਾਂ ਦੀਆਂ 4 ਸੰਪਾਦਕੀਆਂ ਵੀ ਲਿਖੀਆਂ ਹੋਈਆਂ ਨੇ ਤੇ ਇਹਨਾਂ ਦੀ ਆਉਣ ਵਾਲੀ ਕਿਤਾਬ ਆ ਜਿਹੜੀ ਮੂਲ ਮੈਂ, ਉਸ ਦਾ ਜਿਹੜਾ ਪਹਿਲਾ ਆਰਟੀਕਲ ਅਧਿਆਤਮਵਾਦ, ਉਸ ਦੇ ਉੱਤੇ ਚਰਚਾ ਕਰਨ ਲਈ ਹਰਸ਼ਦੀਪ ਸਿੰਘ ਜੀ ਤੁਹਾਡਾ ਸਵਾਗਤ ਆ। ਤੇ ਅਧਿਆਤਮਵਾਦ ਹੈ ਕੀ ਆ ਤੇ ਇਹ ਜਿਵੇਂ ਤੁਸੀਂ ਲਿਖਿਆ ਅਧਿਆਤਮਵਾਦ ਦਾ ਮਕਸਦ, ਤੇ ਇਸ ਨੂੰ ਦਰਸ਼ਕਾਂ ਨੂੰ ਸਮਝਾਓ ਕਿ ਇਸ ਨੂੰ ਲਿਖਣ ਦੀ ਕੀ ਜ਼ਰੂਰਤ ਪੈ ਗਈ ਔਰ ਇਹ ਸਮਾਜ ਨੂੰ ਔਰ ਨੌਜਵਾਨਾਂ ਨੂੰ ਕੀ ਦਿਸ਼ਾ ਨਿਰਦੇਸ਼ ਦੇ ਸਕਦਾ। ਪਹਿਲਾਂ ਤਾਂ ਜੀ ਅਧਿਆਤਮਵਾਦ ਜਿਹੜਾ ਸ਼ਬਦ ਆ ਇਹ ਆਇਆ ਕਿੱਥੋਂ ਆ, ਇਹਦੇ ਬਾਰੇ ਮੈਨੂੰ ਵੀ ਜਾਣਕਾਰੀ ਨਹੀਂ ਆ। ਪਰ ਜੇ ਅਸੀਂ ਪ੍ਰਚਲਿਤ ਤੌਰ ਤੇ ਦੇਖੀਏ ਕਿ ਇਹ ਸ਼ਬਦ ਦਾ ਅਰਥ ਲੋਕਾਂ ਮੁਤਾਬਕ ਕੀ ਆ,
ਤਾਂ ਉਸ ਨੂੰ ਅਸੀਂ ਫਿਲਹਾਲ ਅਸੀਂ ਪਹਿਲਾਂ ਡਿਸਕਸ ਕਰ ਲੈਂਦੇ ਹਾਂ। ਜਿਵੇਂ ਕਿ ਦੱਸਿਆ ਹੀ ਜਾਂਦਾ, ਆਮ ਤੌਰ ਤੇ ਸੁਣਦੇ ਹੀ ਆ ਕਿ ਜਿਵੇਂ ਇੱਕ ਤਾਂ ਬਾਹਰੀ ਪੜ੍ਹਾਈ ਹੁੰਦੀ ਆ, ਉਹਨੂੰ ਅਸੀਂ ਸਕੂਲਾਂ ਵਗੈਰਾ 'ਚ ਜਾਂਦੇ ਹਾਂ ਜਾਂ ਕਿਸੇ ਦੂਸਰੇ ਵਿਅਕਤੀ ਕੋਲੋਂ ਸਿੱਖਦੇ ਹਾਂ। ਉਸੇ ਤਰ੍ਹਾਂ ਅਧਿਆਤਮਵਾਦ ਦਾ ਸੰਬੰਧ ਦੱਸਿਆ ਜਾਂਦਾ ਕਿ ਜਿਹੜਾ ਅੰਦਰੂਨੀ ਤੌਰ ਤੇ ਜਿਹੜੀ ਪੜ੍ਹਾਈ ਹੁੰਦੀ ਹੈ ਉਹਨੂੰ ਅਧਿਆਤਮਵਾਦ ਕਿਹਾ ਜਾਂਦਾ, ਜਿਹਦਾ ਲਿੰਕ ਧਿਆਨ ਨਾਲ ਕੀਤਾ ਜਾਂਦਾ, ਰੱਬ ਨਾਲ ਕੀਤਾ ਜਾਂਦਾ, ਜਨਮ ਮਰਨ ਤੋਂ ਮੁਕਤੀ ਨਾਲ ਕੀਤਾ ਜਾਂਦਾ। ਕਈ ਸਿਧਾਂਤ ਨੇ ਇਹਦੇ ਸੰਬੰਧ 'ਚ, ਜਿਵੇਂ ਕਿ ਕੋਈ ਗੁਰੂ ਬਣਾ ਲਿਆ ਜਾਂਦਾ ਤੇ ਉਹਦੀ ਸੇਵਾ ਕੀਤੀ ਜਾਂਦੀ ਹੈ। ਉਹਦੀ ਸੇਵਾ ਕਰਨ ਦਾ ਮਕਸਦ ਕੀ ਹੁੰਦਾ, ਇਹ ਦੱਸਿਆ ਜਾਂਦਾ ਕਿ ਅਸੀਂ ਉਸ ਦੀ ਸੇਵਾ ਕਰਕੇ ਉਹ ਜਿਹੜਾ ਗੁਰੂ ਆ ਸਾਨੂੰ ਕਿਸੇ ਰੱਬ ਨਾਲ ਜੋੜੇਗਾ। ਇੱਦਾਂ ਦੇ ਬਹੁਤ ਸਾਰੇ ਸਿਧਾਂਤ ਨੇ। ਸਮਾਧੀ ਵਗੈਰਾ ਵੀ ਹੁੰਦਾ, ਇੱਕ ਸ਼ੂਨੇ ਦਾ ਸਿਧਾਂਤ ਵੀ ਆ, ਉਹ ਵੀ ਅਧਿਆਤਮਵਾਦ ਜ਼ਰੀਏ ਸਾਨੂੰ ਦੱਸਿਆ ਜਾਂਦਾ। ਕਈ ਗੁਰੂ ਵੀ ਨੇ, ਕਈ ਮਤਲਬ ਕਿ ਭੂਤਕਾਲ 'ਚ ਕਈ ਇਹੋ ਜਿਹੇ ਲੋਕ ਵੀ ਹੋਏ ਨੇ ਜਿਨ੍ਹਾਂ ਨੇ ਇਸ ਸੰਬੰਧੀ ਆਪਦੇ ਵਿਚਾਰ ਦੱਸੇ ਨੇ, ਨਜ਼ਰੀਆ ਦੱਸਿਆ। ਸੋ ਇਹ ਅਧਿਆਤਮਵਾਦ ਦੀ ਇੱਕ ਛੋਟੀ ਜਿਹੀ ਮੈਂ ਪਰਿਭਾਸ਼ਾ ਦਿੱਤੀ ਹੈ ਜਿਹੜੀ ਕਿ ਸਾਨੂੰ ਦੱਸੀ ਜਾਂਦੀ ਹੈ। ਹੁਣ ਮੈਂ ਉਹ ਪਰਿਭਾਸ਼ਾ ਕਰਾਂਗਾ ਜਿਹੜਾ ਕਿ ਮੇਰੇ ਮੁਤਾਬਕ ਆ, ਜੋ ਮੇਰੀ ਸਮਝ ਆ, ਜੋ ਮੇਰੇ ਅਨੁਭਵਾਂ ਤੋਂ ਬਾਅਦ ਜੋ ਪਰਿਭਾਸ਼ਾ ਨਿਕਲ ਕੇ ਆਈ ਆ, ਉਹ ਇਹ ਆ ਕਿ ਪਹਿਲਾਂ ਤਾਂ ਜੀ ਇਹ ਸਮਝਣਾ ਜ਼ਰੂਰੀ ਆ ਕਿ ਜਿਵੇਂ ਕਿ ਆ ਜਿੰਨੇ ਵੀ ਮੈਂ ਕਰਮ ਦੱਸੇ ਨੇ, ਜਿਵੇਂ ਧਿਆਨ ਹੋ ਗਿਆ, ਸਮਾਧੀ ਹੋ ਗਿਆ, ਰੱਬ ਨੂੰ ਮਿਲਣਾ ਹੋ ਗਿਆ, ਦਰਸ਼ਨ ਕਰਨੇ ਹੋ ਗਏ ਉਹਦੇ, ਇਹਦਾ ਸੰਬੰਧ ਜੀ ਸਾਡੇ ਨਾਲ ਆ। ਮਤਲਬ ਅਸੀਂ ਕਰਨਾ ਸਭ ਕੁਝ, ਧਿਆਨ ਵੀ ਅਸੀਂ ਕਰਨਾ, ਸਮਾਧੀ ਵੀ ਅਸੀਂ ਕਰਨੀ ਆ ਚੀਜ਼। ਤਾਂ ਉਸ ਤੋਂ ਪਹਿਲਾਂ ਜਿਹੜਾ ਸਭ ਤੋਂ ਇੰਪੋਰਟੈਂਟ ਸਵਾਲ ਹੁੰਦਾ ਕਿ ਇਹਨਾਂ ਕਰਮਾਂ ਨੂੰ ਜੋ ਕਰੇਗਾ ਉਹ ਕੀ ਚੀਜ਼ ਆ, ਉਹਦੇ ਬਾਰੇ ਕਦੇ ਕੋਈ ਕਲੈਰਿਟੀ ਸਾਨੂੰ ਨਹੀਂ ਮਿਲਦੀ। ਸਾਨੂੰ ਬਸ ਇਹੀ ਦੱਸਿਆ ਜਾਂਦਾ ਅਸੀਂ ਇੱਕ ਆਤਮਾ ਵਾ ਜੀ, ਉਹ ਵੀ ਕੋਈ ਸਾਨੂੰ ਬਾਹਰ ਦੱਸਦਾ। ਜ਼ਰੂਰੀ ਨਹੀਂ ਕਿ ਅਸੀਂ ਆਤਮਾ ਹੀ ਹੋਈਏ, ਕੁਝ ਹੋਰ ਚੀਜ਼ ਵੀ ਹੋ ਸਕਦੇ ਆ। ਇਸ ਕਰਕੇ ਜੀ ਜੋ ਮੈਨੂੰ ਸਮਝ ਲੱਗਿਆ, ਜੋ ਮੇਰਾ ਆਪਦਾ ਅਨੁਭਵ ਆ, ਉਹਦੇ ਮੁਤਾਬਕ ਅਸੀਂ ਇੱਕ ਤਰ੍ਹਾਂ ਦੀ ਪੋਸੀਬਿਲਿਟੀ ਆ। ਮਤਲਬ ਕਿ ਜਿਵੇਂ ਆ ਜ਼ਿੰਦਗੀ ਸਾਡੇ ਆਲੇ ਦੁਆਲੇ ਐਗਜ਼ਿਸਟ ਕਰ ਰਹੀ ਆ, ਇਹਦਾ ਜਿਹੜਾ ਕਾਰਨ ਆ ਉਹ ਅਸੀਂ ਆ। ਜਿਵੇਂ ਕਿ ਅਸੀਂ ਜਦੋਂ ਸੌ ਜਾਂਦੇ ਆ ਤਾਂ ਜਿਹੜੀ ਬਾਹਰੀ ਦੁਨੀਆ ਵਾ ਉਹ ਐਗਜ਼ਿਸਟ ਨਹੀਂ ਕਰਦੀ, ਮਤਲਬ ਸਾਡੇ ਤੇ ਹੀ ਟਿਕੀ ਹੋਈ ਆ। ਉਸੇ ਤਰ੍ਹਾਂ ਮੈਂ ਇਹਨੂੰ ਇੱਕ ਪੋਸੀਬਿਲਿਟੀ ਦਾ ਨਾਮ ਦਿੰਦਾ। ਅਸੀਂ ਹੈਗੇ ਇੱਕ ਤਰੀਕੇ ਦੀ ਪੋਸੀਬਿਲਿਟੀ ਜੋ ਕਿ ਕਦੇ ਮਰਦੀ ਨਹੀਂ ਹੈਗੀ। ਇਹ ਟਰਾਂਸਪੋਰਟ ਹੁੰਦੀ ਹੈ। ਟਰਾਂਸਪੋਰਟ ਹੋਣ ਦਾ ਮਤਲਬ ਜਿਵੇਂ ਇਹ ਫਿਲਹਾਲ ਮੌਜੂਦਾ ਤੌਰ ਤੇ ਜਿਹੜੀ ਪੋਸੀਬਿਲਿਟੀ ਆ, ਇਹ ਜਿਵੇਂ ਆਪਣੀ ਉਦਾਹਰਨ ਲਵਾਂ ਤਾਂ ਆਹ ਇੰਟਰਵਿਊ ਦੇ ਰਹੀ ਹੈ। ਹੁਣ ਜੇ ਮੈਂ ਸੌ ਜਾਊਂਗਾ ਤਾਂ ਉਹ ਪੋਸੀਬਿਲਿਟੀ ਟਰਾਂਸਪੋਰਟ ਹੋ ਕੇ ਇੱਕ ਤਰੀਕੇ ਨਾਲ ਸੁਪਨਿਆਂ ਨੂੰ ਜੀਣ ਲੱਗੇਗੀ। ਫਿਰ ਕਈ ਵਾਰ ਕੀ ਹੁੰਦਾ, ਜਿਹੜੇ ਬੰਦੇ ਧਿਆਨ ਕਰਦੇ ਆ ਉਹਨਾਂ ਦੀ ਜਿਹੜੀ ਪੋਸੀਬਿਲਿਟੀ, ਉਹ ਧਿਆਨ ਦੀ ਗਹਿਰਾਈ ਇੰਨੀ ਹੋ ਜਾਂਦੀ ਆ ਕਿ ਉਹ ਆਪਦੇ ਹੀ ਇਸ ਸਰੀਰ 'ਚ ਚਲੇ ਜਾਂਦੀ। ਮਤਲਬ ਇਸ ਸਰੀਰ ਦੇ ਅੰਦਰ ਵੀ ਇੱਕ ਸਰੀਰ ਹੁੰਦਾ ਹੈ, ਕੋਈ ਵਹਿਮ ਨਹੀਂ ਹੈਗਾ, ਇਹ ਹੁੰਦਾ ਵਾ। ਹਰੇਕ ਤਲ ਤੇ ਇੱਕ ਸਰੀਰ ਹੁੰਦਾ, ਫਿਰ ਉਹਦੇ ਤੇ ਉਹ ਪੋਸੀਬਿਲਿਟੀ ਜਿਹੜੀ ਟਰਾਂਸਪੋਰਟ ਹੁੰਦੀ ਆ, ਫਿਰ ਉਹਦੇ ਮੁਤਾਬਕ ਉਹ ਸਾਰਾ ਕੁਝ ਅਨੁਭਵ ਕਰਦੀ ਆ। ਮਤਲਬ ਉਦੋਂ ਜਦੋਂ ਕਈ ਵਾਰ ਲੋਕ ਕਹਿ ਦਿੰਦੇ ਆ ਕਿ ਸਾਨੂੰ ਜਦੋਂ ਆਪਾਂ ਧਿਆਨ 'ਚ ਜਾਂਦੇ ਆ ਸਾਨੂੰ ਇੱਕ ਰੋਸ਼ਨੀ ਜੀ ਦਿਖਣ ਲੱਗ ਜਾਂਦੀ ਹੈ। ਹੋ ਸਕਦਾ ਉਹ ਰੋਸ਼ਨੀ ਹੈ ਜਿਹੜੀ ਉਹ ਉਹਨਾਂ ਦਾ ਵਹਿਮ ਹੋਵੇ, ਪਰ ਕਈ ਵਾਰ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਵਾਕਈ ਹੀ ਉਹਨਾਂ ਨੂੰ ਰੋਸ਼ਨੀ ਦਿਖਦੀ ਹੈ। ਉਹ ਰੋਸ਼ਨੀ ਕੀ ਹੁੰਦੀ, ਅਸਲ 'ਚ ਉਹਨਾਂ ਦਾ ਧਿਆਨ ਆਪਦੇ ਹੀ ਸਰੀਰ ਦੀਆਂ ਇੰਨੀਆਂ ਗਹਿਰਾਈਆਂ 'ਚ ਚਲ ਜਾਂਦਾ ਕਿ ਉਹ ਆਪਦੇ ਹੀ ਅੰਦਰੂਨੀ ਸਰੀਰ ਨੂੰ, ਅੰਦਰੂਨੀ ਕਿਸੇ ਹਿੱਸੇ ਨੂੰ ਰੋਸ਼ਨੀ ਦੇ ਤੌਰ ਤੇ ਦੇਖਣ ਲੱਗ ਜਾਂਦੇ ਨੇ। ਮਤਲਬ ਕਿ ਜਿਹੜਾ ਅੰਦਰ ਉਹਨਾਂ ਦੇ ਸਰੀਰ ਮੌਜੂਦ ਆ, ਉਹ ਸਰੀਰ ਪੋਸੀਬਿਲਿਟੀ ਇੰਨੀ ਜ਼ਿਆਦਾ ਰੱਖਦਾ ਕਿ ਉਹ ਹਰੇਕ ਚੀਜ਼ ਨੂੰ ਰੋਸ਼ਨੀ ਦੇ ਰੂਪ 'ਚ ਦੇਖਦਾ ਹੁੰਦਾ। ਇਹ ਜਿਹੜਾ ਸਮਝਾਉਣ ਦਾ ਮੇਰਾ ਮੋਟਿਵ ਇਹ ਸੀਗਾ ਕਿ ਜਿਹੜੀ ਅਸਲ ਸਾਡੀ ਮੈਂ ਆ ਉਹ ਕਦੇ ਮਰਦੀ ਨਹੀਂ ਹੈਗੀ, ਉਹ ਕਾਇਮ ਰਹਿੰਦੀ ਆ, ਉਹ ਟਰਾਂਸਪੋਰਟ ਹੁੰਦੀ ਰਹਿੰਦੀ ਆ। ਤੇ ਇਹ ਜੋ ਮੈਂ ਚਾਹੁੰਦੀ ਕੀ ਆ ਅਸਲ 'ਚ, ਇਹਦਾ ਮਤਲਬ ਕਿ ਇਹਦੀ ਚਾਹਤ ਕੀ ਆ, ਉਹਨੂੰ ਪੂਰਾ ਕਰਨ ਦੇ ਲਈ ਜੋ ਰਸਤਾ ਵਾ, ਜੋ ਤਰੀਕਾ ਵਾ, ਉਹਨੂੰ ਮੈਂ ਅਧਿਆਤਮਵਾਦ ਦਾ ਨਾਮ ਦੇ ਦੇਣਾ, ਜਿਹੜਾ ਕਿ ਸਾਡੇ ਅੰਦਰ ਨਿਵਾਸ ਕਰਦਾ ਵਾ। ਜੀ ਜੀ। ਇਹ ਨਹੀਂ ਹੈਗਾ ਕਿ ਕੋਈ ਬਾਹਰੋਂ ਸਾਨੂੰ ਦੱਸੇਗਾ, ਕਿਉਂਕਿ ਜਿਹੜਾ ਬਾਹਰੋਂ ਬੰਦਾ ਦੱਸੇਗਾ ਉਹ ਤਾਂ ਸਾਨੂੰ ਹਮੇਸ਼ਾ ਭਟਕਾਏਗਾ। ਜਿਵੇਂ ਮੈਂ ਵੀ ਤੁਹਾਨੂੰ ਦੱਸ ਰਿਹਾ, ਮੈਂ ਵੀ ਇੱਕ ਬਾਹਰੋਂ ਬੰਦਾ ਹੀ ਆ। ਜੇ ਮੈਂ ਤੁਹਾਨੂੰ ਕੋਈ ਗੱਲ ਦੱਸੂਗਾ ਤਾਂ ਉਹ ਕੀ ਹੋਏਗਾ, ਉਹ ਤੁਹਾਨੂੰ ਭਟਕਾਏਗੀ, ਨਾ ਕਿ ਤੁਹਾਨੂੰ ਕਿਸੇ ਸਹੀ ਰਾਹ ਪਾਏਗੀ। ਤੁਸੀਂ ਸਹੀ ਰਾਹ ਉਦੋਂ ਹੀ ਚੱਲੋਗੇ ਜਦੋਂ ਤੁਹਾਡੇ ਅੰਦਰੋਂ ਉਹ ਅਧਿਆਤਮਵਾਦ ਆ ਜਿਹੜਾ ਬਾਹਰ ਆਏਗਾ। ਅੱਛਾ, ਮੈਂ ਦੀ ਗੱਲ ਕੀਤੀ ਆ ਤੁਸੀਂ, ਇਹ ਕੀ ਆ, ਇਹਦਾ ਅਰਥ ਕੀ ਆ, ਮਤਲਬ ਕੀ ਆ ਜਿਹੜਾ ਮੈਂ ਆ? ਜੇ ਜੀ ਅਸੀਂ ਪਹਿਲਾਂ ਤਾਂ ਸਭ ਤੋਂ ਉੱਤੇ ਵਾਲੇ ਲੈਵਲ ਤੋਂ ਦੇਖਦੇ ਹਾਂ, ਜਿਵੇਂ ਮੈਂ ਹੈਗਾ ਹਰਸ਼, ਤਾਂ ਜਿਹੜਾ ਹਰਸ਼ ਆ ਇਹ ਜਿਵੇਂ ਬਾਹਰੀ ਤੌਰ ਤੇ ਨੇ ਬਹੁਤ ਸਾਰੇ ਅਨੁਭਵ ਲਏ ਨੇ ਹਰਸ਼ ਨੇ, ਬਹੁਤ ਕੁਝ ਇਹਨਾਂ ਵਾਪਰਿਆ ਵਾ। ਉਹ ਜਦੋਂ ਲਗਾਤਾਰ ਵਾਪਰਦਾ ਰਹਿੰਦਾ, ਬਾਰ-ਬਾਰ ਆਦਤ ਬਣ ਜਾਂਦਾ ਉਹਦੀ, ਤਾਂ ਉਹ ਆਦਤ ਇੱਕ ਤਰ੍ਹਾਂ ਦੀ ਉਹਦੀ ਮੈਂ ਆ।
ਹਰਸ਼ ਇੱਕ ਆਈਡੈਂਟੀਟੀ ਆ, ਇਹ ਉਹਦੀ ਜਿਹੜੀ ਆ ਸਥੂਲ ਲੈਵਲ ਤੇ ਇਹ ਉਹਦੀ ਪਹਿਚਾਣ ਆ, ਇਹ ਉਹਦੀ ਮੈਂ ਆ। ਪਰ ਜੇ ਅਸੀਂ ਇਸ ਆਈਡੈਂਟੀਟੀ ਨੂੰ ਦੂਰ ਕਰ ਦਈਏ ਤਾਂ ਸਾਡੇ ਕੋਲ ਇੱਕ ਸਰੀਰ ਰਹਿ ਜਾਂਦਾ, ਮਤਲਬ ਕਿ ਫਿਰ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਮੈਂ ਇੱਕ ਮਨੁੱਖ ਹਾਂ। ਪਰ ਜੇ ਅਸੀਂ ਮਨੁੱਖ ਨੂੰ ਵੀ ਸਾਈਡ ਕਰ ਦਈਏ ਤਾਂ ਅਸੀਂ ਇਹ ਕਵਾਂਗੇ ਅਸੀਂ ਇੱਕ ਪ੍ਰਾਣੀ ਆ। ਜੇ ਅਸੀਂ ਪ੍ਰਾਣੀ ਨੂੰ ਵੀ ਸਾਈਡ ਕਰ ਦਈਏ ਤਾਂ ਕਈ ਲੋਕ ਕਹਿੰਦੇ ਅਸੀਂ ਇੱਕ ਚੇਤਨਾ ਵਾ। ਹੁਣ ਉਹਨਾਂ ਲੋਕਾਂ ਨੂੰ ਵੀ ਇਹ ਸਵਾਲ ਆ ਕਿ ਜੇ ਸਰੀਰ ਹੀ ਨਹੀਂ ਹੋਊਗਾ ਤਾਂ ਚੇਤਨਾ ਕਿਵੇਂ ਹੋ ਸਕਦੀ। ਜਿਵੇਂ ਚੇਤਨਾ ਬਾਰੇ ਵੀ ਮੈਂ ਥੋੜਾ ਜਿਹਾ ਦੱਸ ਦਿੰਦਾ। ਜਿਵੇਂ ਮੈਂ ਚੁੰਡੀ ਆਪਣੇ ਆਪ ਨੂੰ ਵੜਦਾ ਕਿਸੇ ਹੱਥ ਤੇ ਤਾਂ ਮੈਂ ਮਹਿਸੂਸ ਕਰ ਪਾ ਰਿਹਾ। ਇਹ ਜਿਹੜਾ ਮਹਿਸੂਸ ਕਰਨਾ ਇਹਦਾ ਕਾਰਨ ਚੇਤਨਾ ਵਾ। ਹੁਣ ਜਿਵੇਂ ਕੋਈ ਪਸ਼ੂ ਆ, ਉਹ ਅਲੱਗ ਤਲ ਤੇ ਉਸ ਚੀਜ਼ ਨੂੰ ਮਹਿਸੂਸ ਕਰੇਗਾ। ਹੋ ਸਕਦਾ ਜੇ ਆਪਾਂ ਨੂੰ ਸੱਟ ਮਾਰੀਏ ਕਿਸੇ ਪਸ਼ੂ ਨੂੰ ਤਾਂ ਉਹ ਥੋੜੇ ਟਾਈਮ ਬਾਅਦ ਭੁੱਲ ਜਾਏਗਾ। ਪਰ ਉਸੇ ਰਿਲੇਟਡ ਜੇ ਕੋਈ ਮਨੁੱਖ ਹੋਏਗਾ ਜਿਹੜਾ ਮਤਲਬ ਕਿ ਜ਼ਿਆਦਾ ਧਿਆਨ ਕਰਦਾ, ਕਈ ਇਹ ਵੀ ਮੈਂ ਦੱਸ ਦਿੰਦਾ ਕਿ ਜਿਹੜੇ ਜ਼ਿਆਦਾ ਧਿਆਨ ਕਰਦੇ ਨੇ ਉਹ ਜ਼ਿਆਦਾ ਦੁੱਖ ਸਹਿੰਦੇ ਨੇ ਉਲਟਾ, ਕਿਉਂਕਿ ਉਹ ਧਿਆਨੀ ਇੰਨੇ ਹੁੰਦੇ ਆ, ਉਹਨਾਂ ਦਾ ਧਿਆਨ ਆਪਦੇ ਵੱਲ ਹੀ ਜਾਈ ਜਾਂਦਾ ਵਾ। ਕਦੇ ਉਹਨਾਂ ਨੂੰ ਆਪਣੇ ਸਰੀਰ 'ਚ ਜਿਵੇਂ ਬਹੁਤ ਸਾਰੀ ਗਤੀਵਿਧੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਅਨੁਭਵ ਹੋਣ ਲੱਗਦੀਆਂ ਨੇ। ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਅਸੀਂ ਚੇਤਨਾ ਦਾ ਨਾਮ ਦੇ ਦਿੰਦੇ ਆ। ਪਰ ਜੇਕਰ ਅਸੀਂ ਚੇਤਨਾ ਨੂੰ ਵੀ ਸਾਈਡ ਕਰ ਦਈਏ ਤਾਂ ਸਾਨੂੰ ਇਹ ਖੁਦ ਨੂੰ ਕਹਿਣਾ ਪਏਗਾ ਕਿ ਅਸੀਂ ਇੱਕ ਸੰਭਾਵਨਾ ਵਾਂ ਜਿਹਦੇ ਕਰਕੇ ਜ਼ਿੰਦਗੀ ਹੈ ਜਿਹੜੀ ਉਹ ਟਿਕੀ ਹੋਈ ਹੈ। ਇਹੀ ਸਾਡੀ ਅਸਲ ਮੈਂ ਆ, ਇਹਦੀ ਜਿਹੜੀ ਚਾਹਤ ਆ, ਇਹਦੀ ਪੂਰਤੀ ਦਾ ਨਾਂ ਹੀ ਅਧਿਆਤਮਵਾਦ ਹੈ। ਅੱਛਾ, ਤੁਸੀਂ ਅਸਲ ਮੈਂ ਅਤੇ ਮਨ ਦੋਨਾਂ ਦੀ ਵੀ ਗੱਲ ਕੀਤੀ ਆ ਤੇ ਇਹਦੇ ਨਾਲ ਹੀ ਇੱਕ ਸੋਨਿਆਂ ਦੀ ਗੱਲ ਕੀਤੀ ਆ। ਤਿੰਨਾਂ ਨੂੰ ਜ਼ਰੂਰ ਪਰਿਭਾਸ਼ਿਤ ਕਰੋ ਕਿਉਂਕਿ ਥੋੜਾ ਜਿਹਾ ਸਾਨੂੰ ਵੀ ਨਹੀਂ ਸਮਝ ਲੱਗ ਰਹੀ ਸੀ ਇਹ ਚੀਜ਼ਾਂ ਦੀ। ਅਧਿਆਤਮਵਾਦ ਵਿਸ਼ਾ ਹੀ ਇਹੋ ਜਿਹਾ ਜੀ। ਜਿਹੜਾ ਜੀ ਮਨ ਆ ਉਹਦੇ ਬਾਰੇ ਮੈਂ ਹਲੇ ਥੋੜੀ ਦੇਰ ਪਹਿਲਾਂ ਹੀ ਦੱਸਿਆ ਸੀਗਾ ਕਿ ਜਿਹੜੀ ਆਈਡੈਂਟੀਟੀ ਹੈ ਸਾਡੀ, ਇਹਨੂੰ ਹੀ ਮਨ ਵੈਸੇ ਅਸੀਂ ਆਮ ਤੌਰ ਤੇ ਕਹਿੰਦੇ ਆ। ਪਰ ਵੈਸੇ ਜਿਹੜਾ ਅਸਲ ਮੈਂ ਆ ਜਿਹੜਾ ਵਾ ਉਹੀ ਸਾਡਾ ਅਸਲ ਮਨ ਆ। ਮਤਲਬ ਇਹ ਨਹੀਂ ਹੈਗਾ ਕਿ ਮਨ ਬਹੁਤ ਤਰ੍ਹਾਂ ਦੇ ਨੇ। ਮੈਂ ਜਿਹੜਾ ਅਸਲ ਮੈਂ ਆ ਸਾਡੀ, ਜਿਹਦੀ ਮੈਂ ਗੱਲ ਕੀਤੀ ਹੈ ਕਿ ਉਹ ਪੋਸੀਬਿਲਿਟੀ ਹੈ ਇੱਕ, ਜਿਹਦੇ ਕਰਕੇ ਜ਼ਿੰਦਗੀ ਟਿਕੀ ਹੋਈ ਹੈ ਸਾਡੀ, ਉਹੀ ਹੈ ਅਸਲ 'ਚ ਮੈਂ ਆ। ਮਤਲਬ ਕਿ ਤੇ ਉਹੀ ਉਸੇ ਨੂੰ ਮੈਂ ਮਨ ਕਹਿ ਦਿੰਦਾ ਹੁੰਦਾ। ਤੇ ਰਹੀ ਗੱਲ ਸ਼ੂਨਯ ਦੀ ਜੀ, ਜਿਵੇਂ ਕਿ ਇੱਕ ਸ਼ੂਨਯ ਇੱਕ ਤਰ੍ਹਾਂ ਦੀ ਸਟੇਟ ਆ। ਸਟੇਟ ਮਤਲਬ ਅਵਸਥਾ। ਹੁਣ ਸ਼ੂਨਯ ਨੂੰ ਆਪਾਂ ਅਚੀਵ ਕਿਵੇਂ ਕਰ ਸਕਦੇ ਹਾਂ, ਇਹਦਾ ਵੀ ਆਪਣਾ ਇੱਕ ਰਸਤਾ ਹੁੰਦਾ। ਜਿਵੇਂ ਕਿ ਇੱਕ ਫਿਲਾਸਫਰ ਹੋਏ ਸੀ ਜਿਨ੍ਹਾਂ ਤੇ ਮੈਂ ਆਰਟੀਕਲ ਵੀ ਲਿਖਿਆ ਹੋਇਆ, ਓਸ਼ੋ, ਉਹ ਜ਼ਿਆਦਾਤਰ ਇਹਦੀ ਉਹ ਗੱਲ ਕਰਦੇ ਸੀ, ਜਦ ਕਿ ਇਹਦਾ ਕੋਈ ਖਾਸ ਕੋਈ ਵਰਤੋਂ ਨਹੀਂ ਹੈਗੀ। ਜੇ ਵਰਤੋਂ ਹੋਏਗੀ ਤਾਂ ਜਿਹੜੇ ਦਰਸ਼ਕ ਨੇ ਉਹ ਦੱਸ ਸਕਦੇ ਨੇ ਕਮੈਂਟਾਂ 'ਚ ਕਿ ਕੀ ਵਰਤੋਂ ਹੈ ਇਹਦੀ। ਪਰ ਇਹਦੀ ਕੋਈ ਖਾਸ ਵਰਤੋਂ ਨਹੀਂ ਹੈਗੀ, ਕਿਉਂਕਿ ਮੇਰਾ ਵੀ ਇਹ ਅਨੁਭਵ ਆ ਕਿ ਜਦੋਂ ਮੈਨੂੰ ਇਹ ਅਵਸਥਾ ਦਾ ਅਨੁਭਵ ਹੋਇਆ ਸੀ, ਉਹ ਜਿਹੜਾ ਸ਼ੂਨਯ ਦਾ ਐਕਸਪੀਰੀਅੰਸ ਹੁੰਦਾ, ਮਤਲਬ ਸ਼ੂਨਯ ਦਾ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਸ਼ੂਨਯ ਨੂੰ, ਸ਼ੂਨਯ ਦੀ ਅਵਸਥਾ ਨੂੰ, ਉਹ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਟਿਕਦਾ। ਕਿਉਂਕਿ ਜਿਵੇਂ ਜਿਵੇਂ ਅਸੀਂ ਸੰਸਾਰ 'ਚ ਐਕਟਿਵ ਹੁੰਦੇ ਜਾਂਦੇ ਆ, ਉਹ ਸ਼ੂਨਯ ਜਿਹੜਾ ਖਾਲੀਪਨ ਹੁੰਦਾ ਵਾ ਸਾਡੇ ਦਿਮਾਗ ਦਾ, ਸਾਡੇ ਵਿਚਾਰਾਂ ਤੋਂ ਮੁਕਤੀ ਦਾ, ਵਿਚਾਰ ਘੱਟ ਆਉਂਦੇ ਨੇ, ਉਹਨੂੰ ਬਹੁਤ ਮਿਨੀਮਮ ਵਿਚਾਰ ਆਉਂਦੇ ਨੇ, ਉਹਨੂੰ ਵੀ ਸ਼ੂਨਯ ਅਸੀਂ ਕਹਿ ਦਿੰਦੇ ਆ। ਫਿਰ ਉਹ ਹੌਲੀ ਹੌਲੀ ਜਿਵੇਂ ਆਪਾਂ ਸੰਸਾਰ 'ਚ ਐਕਟਿਵ ਹੁੰਦੇ ਰਹਿੰਦੇ ਆ, ਕੰਮਕਾਰ ਕਰਦੇ ਰਹਿੰਦੇ ਆ, ਉਹ ਫਿਰ ਉਹ ਵਿਚਾਰਾਂ ਨਾਲ ਦਿਮਾਗ ਆ ਜਿਹੜਾ ਫਿਰ ਤੋਂ ਭਰ ਜਾਂਦਾ ਹੁੰਦਾ। ਸ਼ੂਨਯ ਨੂੰ ਅਚੀਵ ਕਿਵੇਂ ਕਰਨਾ, ਇਹਦੇ ਲਈ ਕੀ ਕਰਨਾ ਹੁੰਦਾ, ਸਾਨੂੰ ਆਪਣੇ ਮਨ ਨੂੰ ਖਾਲੀ ਕਰਨਾ ਪੈਂਦਾ। ਜਿਵੇਂ ਕਿ ਅਸੀਂ ਬਹੁਤ ਸਾਰੀਆਂ ਚਾਹਤਾਵਾਂ ਜਿਹੜੀਆਂ ਚਾਹਤ ਤੇ ਜਿਹੜੀ ਹੁੰਦੀ ਸਾਡੀ, ਮਤਲਬ ਨਿਊਟਰਲ ਕਹਿ ਸਕਦੇ ਹਾਂ, ਕਰਨਾ ਪੈਂਦਾ। ਹਾਂਜੀ, ਨਿਊਟਰਲ ਕਰਨਾ ਪੈਂਦਾ ਜੀ। ਤੇ ਇਸ ਨਿਊਟਰੈਲਿਟੀ ਨੂੰ ਵੀ ਆਪਾਂ ਇੱਕ ਤਰੀਕੇ ਨਾਲ ਇਗਨੋਰ ਕਰਨਾ ਹੁੰਦਾ। ਇਸ ਨੂੰ ਵੀ ਇਸ ਤੋਂ ਵੀ ਥੱਲੇ ਲੈ ਕੇ ਜਾਣਾ ਹੁੰਦਾ। ਹਾਂਜੀ, ਉਸ ਨੂੰ ਵੀ ਖਾਲੀ ਕਰ ਦੇਣਾ ਹੁੰਦਾ। ਫਿਰ ਇੱਕ ਟਾਈਮ ਤੇ ਜਾ ਕੇ ਉਹ ਜਿਹੜੀ એનર્ਜੀ ਹੈ ਜਿਹੜੀ ਸਾਡੇ ਅੰਦਰ ਨਿਵਾਸ ਕਰ ਰਹੀ ਆ, ਉਹ ਕਿਉਂਕਿ ਉਹ ਕਿਤੇ ਫਲੋ ਨਹੀਂ ਹੋ ਰਹੀ, ਕਿਉਂਕਿ ਚਾਹਤਾਂ ਜਿਹੜੀਆਂ ਨੇ ਉਹ એનર્ਜੀ ਨੂੰ ਫਲੋ ਕਰਾਉਂਦੀਆਂ ਨੇ, ਇੱਕ ਤਰੀਕੇ ਨਾਲ ਸਾਨੂੰ ਭਜਾਉਂਦੀਆਂ ਨੇ। ਜਦੋਂ ਅਸੀਂ ਇੱਕ ਤਰੀਕੇ ਨਾਲ ਖਾਲੀ ਹੋ ਗਏ, ਤੇ ਖਾਲੀ ਹੋਣ ਦੇ ਨਾਲ ਕੀ ਹੁੰਦਾ, ਆਪਾਂ ਆਪਣੇ ਆਪ ਹੀ ਸਾਨੂੰ ਇਹ ਇਨਸਪੀਰੇਸ਼ਨ ਜੀ ਆ ਜਾਂਦੀ ਸਾਡੇ ਅੰਦਰ ਕਿ ਆਪਾਂ ਧਿਆਨ ਕਰ ਲਈਏ। ਤੇ ਜਦੋਂ ਆਪਾਂ ਧਿਆਨ 'ਚ ਬਹਿ ਜਾਂਦੇ ਆ, ਉਹ ਜਿਹੜੀ એનર્ਜੀ ਹੁੰਦੀ ਆ ਜਿਹੜੀ ਅੰਦਰ ਸਾਡੇ ਨਿਵਾਸ ਕਰ ਰਹੀ ਹੈ, ਜਿਹਨੂੰ ਆਪਾਂ ਕੁੰਡਲਿਨੀ ਵੀ ਕਹਿ ਦਿੰਦੇ ਆ, ਫਿਰ ਉਹ ਇੱਕ ਤਰੀਕੇ ਨਾਲ ਐਕਟਿਵਲੀ ਹੋ ਜਾਂਦੀ ਆ। ਫਿਰ ਉਹ ਆਪਣੇ ਆਪ ਹੀ ਇੱਕ ਤਰੀਕੇ ਦਾ ਜਦੋਂ ਪੀਕ ਪੁਆਇੰਟ ਆਉਂਦਾ, ਜਿਵੇਂ ਕਿ ਜਦੋਂ ਪਾਣੀ ਉਬਲਦਾ ਹੁੰਦਾ ਤਾਂ ਉਹਦੇ ਉੱਤੇ ਜਿਹੜਾ ਢੱਕਣ ਹੁੰਦਾ ਵਾ, ਉਹ ਢੱਕਣ ਨੂੰ ਪਾਣੀ ਦਾ ਜਿਹੜਾ ਉਹ ਭਾਫ ਜੀ ਹੁੰਦੀ ਆ ਉਹ ਉਡਾ ਦਿੰਦੀ ਆ। ਉਸੇ ਤਰੀਕੇ ਨਾਲ ਉਹ ਜਿਹੜੀ એનર્ਜੀ ਆ ਉਹ ਰਿਲੀਜ਼ ਹੋ ਜਾਂਦੀ ਹੈ ਤੇ ਸਾਨੂੰ ਪੂਰਨ ਤੌਰ ਤੇ ਇੱਕ ਤਰੀਕੇ ਨਾਲ ਸ਼ੂਨਯ ਨਾਲ ਇੱਕ ਕਰ ਦਿੰਦੀ ਹੈ। ਹੁਣ ਸ਼ੂਨਯ ਕੀ ਆ, ਜਿਵੇਂ ਸਾਡੇ ਆਲੇ ਦੁਆਲੇ ਖਾਲੀ ਥਾਂ ਵਾ,
ਇਹ ਸ਼ੂਨਿਆ ਦੀ ਇੱਕ ਉਹ ਹੈ ਐਗਜ਼ਾਮਪਲ ਆ, ਇਹ ਸ਼ੂਨਿਆ ਆ ਅਸਲ 'ਚ। ਬਸ ਇਹ ਸਮਝ ਲਿਆ ਜਾਵੇ ਕਿ ਜਿਹੜੀ ਊਰਜਾ ਵਾ ਉਹ ਇਸੇ 'ਚ ਮਿਲ ਜਾਂਦੀ ਹੈ। ਮਤਲਬ એનર્ਜੀ ਦਾ ਜਿਹੜਾ ਸੋਰਸ ਆ ਉਹ ਅਸਲ 'ਚ ਕੁਝ ਆਪਣੇ ਆਪ 'ਚ ਕੋਈ ਇਦਾਂ ਦਾ ਤੱਤ ਨਹੀਂ ਹੈਗਾ। ਵੈਸੇ ਤਾਂ ਇਹਨੂੰ ਵੀ ਅਸੀਂ ਤੱਤ ਹੀ ਕਹਿ ਸਕਦੇ ਹਾਂ, ਕਿਉਂਕਿ ਹੋ ਸਕਦਾ ਇਹ ਵੀ ਤੱਤ ਹੋਵੇ, ਬਸ ਪਰ ਸਾਨੂੰ ਦਿਖਦਾ ਨਾ ਹੋਵੇ ਕੁਝ ਇੱਥੇ, ਪਰ ਇਹ ਤੱਤ ਹੋ ਸਕਦਾ ਵਾ। ਜੀ ਜੀ। ਅੱਛਾ, ਤੁਸੀਂ ਸਮਿਰਤੀ ਦੀ ਬੜੀ ਗੱਲ ਕੀਤੀ ਆ ਬਾਰ-ਬਾਰ, ਜਿਹੜੇ ਕਈ ਆਰਟੀਕਲਾਂ ਦੇ ਵਿੱਚ ਹੋਰ ਵੀ ਅਸੀਂ ਪੜ੍ਹੇ ਤੁਹਾਡੇ, ਤੇ ਸਮਿਰਤੀ ਦੀ ਬੜੀ ਗੱਲ ਕੀਤੀ ਹੈ। ਇਹ ਕੀ ਚੀਜ਼ ਹੁੰਦੀ ਹੈ? ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਇੱਕ ਚੀਜ਼ ਆਂਦੀ ਆ ਕਿ ਅਕਾਲ ਮੂਰਤ ਦੀ ਗੱਲ ਆ ਜਾਂਦੀ ਆ, ਕਈ ਵਾਰ ਇੱਕ ਹੁਕਮ ਦੀ ਵੀ ਗੱਲ ਆ ਜਾਂਦੀ ਆ। ਉਹਦਾ ਵੀ ਕਿਤੇ ਨਾ ਕਿਤੇ ਇਸ਼ਾਰਾ ਇਹਦੇ ਨਾਲ ਹੀ ਹੈ, ਸਮ੍ਰਿਤੀ ਨਾਲ। ਜਿਵੇਂ ਕਿ ਸ਼ਬਦ ਗੁਰੂ ਦੀ ਗੱਲ ਆ ਜਾਂਦੀ ਹੈ। ਹੁਣ ਗੁਰਬਾਣੀ ਮੁਤਾਬਕ ਜਿਹੜਾ ਸ਼ਬਦ ਗੁਰੂ ਆ ਉਹ ਗਿਆਨ ਨੂੰ ਕਿਹਾ ਗਿਆ, ਜਿਵੇਂ ਕਿ ਕਿਹਾ ਗਿਆ ਕਿ ਸਾਰਾ ਕੁਝ ਉਹਦੇ ਹੁਕਮ ਮੁਤਾਬਕ ਚੱਲਦਾ ਵਾ। ਹੁਣ ਇੱਥੇ ਹੁਕਮ ਅਸਲ 'ਚ ਨਿਯਮ ਨੇ। ਹੁਣ ਉਹ ਨਿਯਮ ਆਪਣੇ ਆਪ 'ਚ ਸਮ੍ਰਿਤੀ ਨੇ। ਅੱਛਾ, ਜਿਵੇਂ ਕਿ ਕੋਈ ਵੀ ਚੀਜ਼ ਆ, ਜਦੋਂ ਗਰਮੀ ਜ਼ਿਆਦਾ ਵਧਣੀ ਆ ਤਾਂ ਮੀਂਹ ਪੈਣਾ, ਇਹ ਇੱਕ ਤਰੀਕੇ ਦਾ ਹੁਕਮ ਆ ਉਹਦਾ। ਮਤਲਬ ਅਧਿਆਤਮਵਾਦ ਦੇ ਵਿੱਚ ਜਿਹੜੇ ਨਿਯਮ ਨੇ, ਹੁਕਮ ਨੇ, ਉਹਨਾਂ ਨੂੰ ਸਮ੍ਰਿਤੀ ਕਹਿ ਸਕਦੇ ਹਾਂ। ਬਿਲਕੁਲ ਜੀ ਜੀ। ਤੇ ਇਹਨੂੰ ਹੀ ਸਮ੍ਰਿਤੀ ਕਿਹਾ ਜਾਂਦਾ। ਜਿਵੇਂ ਮੇਰੀ ਇੱਕ ਸਮ੍ਰਿਤੀ ਆ, ਮੈਂ ਉਸ ਸਮ੍ਰਿਤੀ ਮੁਤਾਬਕ ਕੰਮ ਕਰਦਾ, ਮੈਂ ਕਿਵੇਂ ਉੱਠਦਾ, ਕਿਵੇਂ ਬੈਠਦਾ, ਮੇਰੀ ਬਾਡੀ ਲੈਂਗੁਏਜ, ਮੈਂ ਕਿੱਦਾਂ ਸੋਚਦਾ, ਉਹਦਾ ਸਾਰਾ ਕੁਝ ਸਮ੍ਰਿਤੀ ਹੀ ਹੁੰਦਾ ਵਾ। ਹੁਣ ਕੋਈ ਬੰਦਾ ਵਾ ਜਿਹੜਾ ਬਹੁਤ ਵਧੀਆ ਹੁੰਦਾ, ਉਹਦਾ ਕਾਰਨ ਵੀ ਸਮ੍ਰਿਤੀ ਹੁੰਦਾ। ਕੋਈ ਬੰਦਾ ਘਟੀਆ ਜਿਹਾ ਹੁੰਦਾ ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਉਹ ਵੀ ਸਮ੍ਰਿਤੀ ਹੀ ਉਹਦਾ ਕਾਰਨ ਹੁੰਦਾ। ਜੋ ਕੁਝ ਵੀ ਸਾਡੇ ਆਲੇ ਦੁਆਲੇ ਵਾਪਰ ਰਿਹਾ, ਇਹਦਾ ਕਾਰਨ ਵੀ ਸਮ੍ਰਿਤੀ ਹੀ ਆ। ਤੇ ਜਿਵੇਂ ਆ ਇੱਕ ਮੇਰੇ ਸਾਹਮਣੇ ਕੱਪ ਪਿਆ ਵਾ, ਇਹ ਕੱਪ ਸਾਨੂੰ ਇਦਾਂ ਦਿਖ ਰਿਹਾ, ਇਹਦਾ ਕਾਰਨ ਵੀ ਸਮ੍ਰਿਤੀ ਆ, ਕਿਉਂਕਿ ਜਿਹੜਾ ਇਹ ਸਰੀਰ ਆ ਇਹ ਤੱਤ ਨੂੰ ਇਦਾਂ ਹੀ ਦੇਖਦਾ ਵਾ। ਇਸ ਸਰੀਰ ਦੀ ਹੀ ਇੱਕ ਤਰੀਕੇ ਦੀ ਸਮ੍ਰਿਤੀ ਇਦਾਂ ਦੀ ਆ ਕਿ ਤੱਤ ਨੂੰ ਇਸ ਤਰ੍ਹਾਂ ਨਾਲ ਦੇਖਦਾ। ਜਿਵੇਂ ਕੋਈ ਸੱਪ ਆ, ਮੈਂ ਸੁਣਿਆ ਵਾ ਕਿ ਸੱਪ ਬਹੁਤੇ ਰੰਗ ਨਹੀਂ ਦੇਖਦਾ, ਉਹ ਕੁਝ ਗਿਣੇ ਚੁਣੇ ਹੀ ਰੰਗ ਦੇਖਦਾ, ਪਰ ਇਨਸਾਨ ਜ਼ਿਆਦਾ ਰੰਗਾਂ ਨੂੰ ਦੇਖ ਲੈਂਦਾ ਵਾ। ਹੁਣ ਕਿਉਂਕਿ ਉਹ ਸੱਪ ਦੀ ਸਮ੍ਰਿਤੀ ਕੁਝ ਹੋਰ ਆ, ਉਸ ਦੇ ਸਰੀਰ ਦੀ, ਇਸ ਕਰਕੇ ਉਹ ਕੁਝ ਹੋਰ ਦੇਖਦਾ, ਇਨਸਾਨ ਕੁਝ ਹੋਰ ਦੇਖਦਾ। ਜੋ ਕੁਝ ਵੀ ਸਾਡੇ ਆਲੇ ਦੁਆਲੇ ਵਾਪਰ ਰਿਹਾ, ਇਹਦਾ ਕਾਰਨ ਸਮ੍ਰਿਤੀ ਹੀ ਹੈ। ਮਤਲਬ ਜਿਹੜਾ ਇਹ ਦੂਸਰੀ ਗੱਲ ਜਿਵੇਂ ਤੁਸੀਂ ਦੱਸਿਆ ਵੀ ਉਹਦੇ ਵਿੱਚ ਇਦਾਂ ਦੇ ਹੁੰਦੇ ਨੇ, ਮਤਲਬ ਭਾਵਨਾਵਾਂ ਜਾਂ ਕਹਿ ਸਕਦੇ ਗੁਣ, ਜਾਂ ਉਹਦੀ ਅੰਦਰ ਦੀ ਫੀਲਿੰਗ ਕਹਿ ਸਕਦੇ ਹਾਂ। ਤੇ ਇਹ ਜਿਹੜਾ ਹੁਕਮ ਨੇ ਜਾਂ ਸਮ੍ਰਿਤੀ ਆ ਜਾਂ ਕੁਝ ਹੋਰ ਆ, ਇਹ ਵੱਖ-ਵੱਖ ਧਰਮਾਂ ਦੇ ਆਪਣੇ ਅਨੁਯੋਜਨ ਨੇ, ਪਰ ਤੁਹਾਨੂੰ ਕੀ ਲੱਗਦਾ ਕਿ ਕੌਣ ਦਿੰਦਾ ਇਹ ਹੁਕਮ ਜ਼ਿਆਦਾਤਰ? ਇਹ ਹੁਕਮ ਜੀ ਕੁਦਰਤ ਹੀ ਆਪ, ਕੁਦਰਤ ਆਪਣੇ ਆਪ 'ਚ ਇੱਕ ਹੁਕਮ ਆ। ਮਤਲਬ ਕਿ ਇਹ ਨਹੀਂ ਹੈਗਾ ਕਿ ਕੁਦਰਤ ਕੋਈ ਅਲੱਗ ਚੀਜ਼ ਆ ਤੇ ਉਹ ਹੁਕਮ ਦੇ ਰਹੀ ਆ। ਮਤਲਬ ਜੋ ਕੁਝ ਵੀ ਵਾਪਰ ਰਿਹਾ ਵਾ, ਇਹਦਾ ਜਿਹੜਾ ਸਿਸਟਮ ਆ, ਇਹ ਹੈਗਾ ਵਾ ਸਾਡੇ ਆਲੇ ਦੁਆਲੇ, ਇਹ ਆਪਣੇ ਆਪ 'ਚ ਕੁਦਰਤ ਆ, ਤੇ ਇਹ ਸਿਸਟਮ 'ਚ ਹੀ ਜਿਹੜਾ ਹੁਕਮ ਆ ਉਹ ਕੰਮ ਕਰ ਰਿਹਾ ਜੀ। ਅੱਛਾ, ਬਹੁਤ ਸਾਰੇ ਲੋਕ ਰੱਬ ਵੱਲ ਜਾਂਦੇ ਨੇ ਤੇ ਸਮਾਧੀ ਵੀ ਲਾਉਂਦੇ ਨੇ, ਕੋਈ ਬਿਲਕੁਲ ਆਪਣੇ ਆਪ ਨੂੰ ਜਿਵੇਂ ਤੁਸੀਂ ਦੱਸਿਆ ਹੀ ਆ ਪਹਿਲਾਂ ਵੀ ਓਸ਼ੋ ਨੇ ਵੀ ਗੱਲ ਕੀਤੀ ਹੈ ਇਸ ਦੇ ਉੱਤੇ। ਤੇ ਇਹ ਸਮਾਧੀ ਹੋਇਆ ਚੇਤਨ ਅਚੇਤਨ, ਜਾਂ ਮਨ ਨੂੰ ਇੱਕ ਜਗ੍ਹਾ ਤੇ ਸੁੰਨੇ ਕਰਨਾ, ਜਾਂ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਪਰਿਭਾਸ਼ਾਵਾਂ ਨੇ, ਇਹਨਾਂ ਦਾ ਕੀ ਅਰਥ ਹੁੰਦਾ ਜੀ? ਇਹਨਾਂ ਦਾ ਜੀ ਵੈਸੇ ਕੋਈ ਵੀ ਅਰਥ ਨਹੀਂ ਹੈਗਾ। ਇਹਨਾਂ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਜਿਹੜੀ ਸਾਡੀ ਅਸਲ ਮੈਂ ਆ ਉਹ ਤਾਂ ਕੁਝ ਹੋਰ ਚਾਹੁੰਦੀ ਆ, ਉਹ ਤਾਂ ਇਹ ਚਾਹੁੰਦੀ ਹੀ ਨਹੀਂ ਹੈਗੀ। ਇਹ ਤਾਂ ਇੱਕ ਸਾਈਕਲ ਦੀ ਤਰ੍ਹਾਂ ਵਾ। ਜਿਵੇਂ ਮਨ ਕੀ ਆ, ਮਨ ਭਰਿਆ ਹੁੰਦਾ ਵਾ ਜ਼ਿਆਦਾਤਰ, ਜਿਹੜਾ ਸ਼ੂਨਿਆ ਵਾ ਉਹ ਖਾਲੀ ਪੰਨਾ। ਇੱਕ ਤਰੀਕੇ ਦਾ ਸਾਈਕਲ ਆ, ਕਦੇ ਖਾਲੀ ਹੋ ਜਾਓ, ਕਦੇ ਭਰ ਜਾਓ, ਕਦੇ ਖਾਲੀ ਹੋ ਜਾਓ, ਕਦੇ ਭਰ ਜਾਓ। ਸਮਾਧੀ ਵੀ ਜੀ ਆਹੀ ਆ। ਮਤਲਬ ਕਿ ਜਦੋਂ ਖਾਲੀਪਨ ਹੁੰਦਾ ਵਾ ਤਾਂ ਸਾਨੂੰ ਸਮਾਧੀ ਲੱਗ ਜਾਂਦੀ, ਮਤਲਬ ਬੰਦੇ ਨੂੰ ਆਪਣੀ ਹੋਸ਼ ਹੀ ਨਹੀਂ ਰਹਿੰਦੀ ਕਿ ਉਹ ਕਿੱਥੇ ਆ। ਮਤਲਬ ਵੈਸੇ ਤਾਂ ਉਹਦਾ ਸਰੀਰ ਬੈਠਾ ਹੁੰਦਾ, ਪਰ ਉਹਨੂੰ ਪਤਾ ਨਹੀਂ ਲੱਗਦਾ ਉਹ ਕਿੱਥੇ ਆ। ਨਹੀਂ, ਪਰ ਇਹਨੂੰ ਸਿਖਰ ਨਹੀਂ ਮੰਨਿਆ ਜਾ ਸਕਦਾ। ਇਸ ਨੂੰ ਜੀ ਧਿਆਨ ਦਾ ਸਿਖਰ ਮੰਨਿਆ ਜਾ ਸਕਦਾ, ਪਰ ਸਿਖਰ ਵਗੈਰਾ ਦੀ ਅਸੀਂ ਗੱਲ ਨਾ ਹੀ ਕਰੀਏ ਤਾਂ ਬਿਹਤਰ ਆ, ਕਿਉਂਕਿ ਸਾਡੀ ਚਾਹਤ ਹੀ ਕੁਝ ਹੋਰ ਆ। ਮਤਲਬ ਕਿ ਸਿਖਰ ਹੀ ਆ, ਉਹਦਾ ਕੋਈ ਅੰਤ ਹੀ ਨਹੀਂ। ਹਾਂਜੀ, ਇਹ ਸਰੀਰ ਆ, ਇਹਦਾ ਕੁਝ ਹੋਰ ਸਿਖਰ ਹੋ ਸਕਦਾ। ਜੇ ਅਸੀਂ ਇਹਦੇ ਵੀ ਗਹਿਰਾਈਆਂ 'ਚ ਜਾਈਏ ਤਾਂ ਉਹਦਾ ਵੀ ਸਿਖਰ ਕਿੱਥੇ ਤੱਕ ਹੈ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅੱਛਾ, ਤੁਸੀਂ ਆਪਣੇ ਆਰਟੀਕਲ ਦੇ ਵਿੱਚ ਪ੍ਰਮਾਤਮਾ ਹੀ ਅਸਲ ਹੱਲ ਹੈ, ਮਤਲਬ ਕਿ ਤੁਸੀਂ ਪ੍ਰਮਾਤਮਾ ਦੀ ਵੀ ਗੱਲ ਕਰਦੇ ਹੋ, ਕੁਦਰਤ ਦੀ ਵੀ ਗੱਲ ਕਰਦੇ ਹੋ। ਜ਼ਿਆਦਾਤਰ ਜਿਹੜੇ ਜੋ ਬੁੱਧੀਜੀਵੀ ਹੁੰਦੇ ਨੇ, ਪ੍ਰਮਾਤਮਾ ਤੇ ਕੁਦਰਤ ਨੂੰ ਅਲੱਗ-ਅਲੱਗ ਕਰਕੇ ਜਾਣਦੇ ਨੇ, ਤੇ ਤੁਹਾਡੇ ਦੇ ਵਿੱਚ ਪ੍ਰਮਾਤਮਾ ਹੀ ਅਸਲ ਹੱਲ ਹੈ, ਇਹ ਦਿੱਤਾ ਹੋਇਆ। ਤੇ ਇਹ ਚੀਜ਼ਾਂ ਨੂੰ ਵੀ ਜ਼ਰੂਰ ਸਮਝਾਓ।
ਵੈਸੇ ਜੀ ਮੈਂ ਕਦੇ ਸੁਣਿਆ ਨਹੀਂਗਾ ਕਿ ਜਿਹੜੇ ਬੁੱਧੀਜੀਵੀ ਨੇ ਕੁਦਰਤ ਤੇ ਪ੍ਰਮਾਤਮਾ ਨੂੰ ਅਲੱਗ ਦੇਖਦੇ ਨੇ। ਮੈਂ ਤਾਂ ਜ਼ਿਆਦਾਤਰ ਆਈ ਸੁਣਿਆ ਕਿ ਉਹ ਕੁਦਰਤ ਨੂੰ ਹੀ ਪ੍ਰਮਾਤਮਾ ਕਹਿੰਦੇ ਨੇ, ਮਤਲਬ ਇੱਕ ਹੀ ਹੈ। ਹਾਂਜੀ ਜੀ। ਤੇ ਕਈ ਵਾਰ ਕਈ ਸਟੇਟ ਨੂੰ ਵੀ ਪ੍ਰਮਾਤਮਾ ਕਹਿ ਦਿੰਦੇ ਨੇ, ਜੇ ਓਸ਼ੋ ਨੇ ਸ਼ੂਨੇ ਨੂੰ ਪ੍ਰਮਾਤਮਾ ਕਿਹਾ ਵਾ। ਇੱਥੇ ਤੱਕ ਕਿ ਮੈਂ ਵੀ ਸੁਣਿਆ ਕਿ ਗੌਤਮ ਬੁੱਧ ਦਾ ਵੀ ਕਹਿਣਾ ਇਹੋ ਸੀਗਾ ਕਿ ਜਿਹੜਾ ਸ਼ੂਨੇ ਆ, ਜਿਹੜੀ ਅਸਲ 'ਚ ਸਾਡਾ ਜਿਹੜਾ ਮਕਸਦ ਆ, ਜਿਹੜੀ ਚਾਹਤ ਆ, ਉਹ ਸ਼ੂਨੇ ਹੀ ਆ। ਉਹਨਾਂ ਦਾ ਮੁਤਾਬਕ ਜਿਹੜਾ ਕਹਿਣਾ ਸੀਗਾ ਉਹ ਇਹ ਸੀ। ਪਰ ਜਿਹੜਾ ਇੱਥੇ ਮੇਰਾ ਪ੍ਰਮਾਤਮਾ ਦਾ ਪਰਿਭਾਸ਼ਾ ਵਾ ਇਹ ਕੁਝ ਡਿਫਰੈਂਟ ਆ। ਉਹ ਇਹ ਆ ਕਿ ਜਿਹੜੀ ਸਾਡੀ ਚਾਹਤ ਆ ਉਹਦਾ ਨਾਮ ਹੀ ਪ੍ਰਮਾਤਮਾ ਵਾ। ਅੱਛਾ। ਤੇ ਜਿਵੇਂ ਸਾਡੀ ਚਾਹਤ ਕੀ ਆ, ਜਿਵੇਂ ਕੋਈ ਵੀ ਰਾਜਾ ਵਾ ਉਹ ਕੀ ਚਾਹੁੰਦਾ ਕਿ ਸਾਰਾ ਮਤਲਬ ਕਿ ਸਾਰਾ ਉਹਦਾ ਜਿਹੜਾ ਕੰਟਰੋਲ ਆ ਹਰੇਕ ਥਾਂ ਹੀ ਹੋਵੇ। ਮਤਲਬ ਉਹ ਕਦੇ ਪੂਰੀ ਪ੍ਰਿਥਵੀ ਦਾ ਮਾਲਕ ਬਣ ਜੇ, ਜਦੋਂ ਜੇ ਬਾਈ ਚਾਂਸ ਬਣ ਵੀ ਗਿਆ ਤਾਂ ਉਹ ਸੋਚੇਗਾ ਕਿ ਮੈਂ ਹੋਰ ਆਪਣਾ ਫੈਲਾ ਕਰਾਂ। ਤਾਂ ਇੱਕ ਤਰੀਕੇ ਨਾਲ ਉਹ ਕੀ ਕਰ ਰਿਹਾ ਵਾ, ਉਹ ਅਨੰਤਤਾ ਤੇ ਆਪਣਾ ਜਿਹੜਾ ਕਬਜ਼ਾ ਵਾ ਉਹ ਚਾਹੁੰਦਾ ਵਾ। ਹੁਣ ਜਿਹੜਾ ਅਸਲ ਪਰਮਾਤਮਾ ਵਾ ਉਹ ਵੀ ਇਦਾਂ ਦਾ ਹੀ ਆ। ਤੇ ਜਿਹੜਾ ਅਨੰਤਤਾ ਤੇ ਜਿਹੜਾ ਕਬਜ਼ਾ ਵਾ ਉਹ ਉਦੋਂ ਹੀ ਹੋ ਸਕਦਾ ਜਦੋਂ ਜਿਹੜਾ ਮੌਜੂਦਾ ਤੌਰ ਤੇ ਜਿੰਨਾ ਸਾਡਾ ਲਗਾਵ ਆ ਉਹ ਨਾ ਰਹੇ। ਜਿਵੇਂ ਅਸੀਂ ਕੁਦਰਤ 'ਚ ਉਲਝੇ ਰਹਿੰਦੇ ਹਾਂ, ਇਹਦਾ ਮਤਲਬ ਇਹੀ ਹੈ ਨਾ ਕਿ ਕੁਦਰਤ ਸਾਡੇ ਲਈ ਜ਼ਿਆਦਾ ਅਹਿਮੀਅਤ ਰੱਖਦੀ ਹੈ। ਇੱਥੇ ਜਿਹੜਾ ਮੇਨ ਆ ਉਹ ਕੁਦਰਤ ਆ। ਮਤਲਬ ਅਸੀਂ ਇੱਕ ਤਰੀਕੇ ਨਾਲ ਭਿਖਾਰੀ ਦੀ ਤਰ੍ਹਾਂ ਹੱਥ ਅੱਗੇ ਕਰ ਰਹੇ ਹਾਂ ਤੇ ਕੁਦਰਤ ਇੱਕ ਤਰੀਕੇ ਨਾਲ ਮਾਲਕ ਦਾ ਕੰਮ ਕਰ ਰਹੀ ਹੈ। ਪਰ ਜੇ ਅਸੀਂ ਕੁਦਰਤ ਤੋਂ ਅਲੱਗ ਹੋ ਗਏ ਇੱਕ ਤਰੀਕੇ ਨਾਲ ਤਾਂ ਅਸੀਂ ਆਪਣੇ ਆਪ ਨੂੰ ਮਾਲਕ ਕਹਿ ਸਕਦੇ ਹਾਂ ਤੇ ਰੱਬ ਵੀ ਉਹਦੇ ਕੁਦਰਤ ਤੋਂ ਅਲੱਗ ਆ ਇੱਕ ਤਰੀਕੇ ਨਾਲ। ਨਹੀਂ, ਪਰ ਜਿਹੜੇ ਕੁਦਰਤ ਕਦੇ ਡਰ ਖੌਫ ਭੈ ਪੈਦਾ ਨਹੀਂ ਕਰਦੀ। ਫਿਰ ਜੇਕਰ ਜਦੋਂ ਪ੍ਰਮਾਤਮਾ ਦੀ ਗੱਲ ਮੰਨਦੀ ਆ, ਰੱਬ ਦੀ ਗੱਲ ਆ ਜਾਂਦੀ ਆ, ਤੇ ਕਿਤੇ ਨਾ ਕਿਤੇ ਭੈ, ਡਰ, ਖੌਫ, ਨਰਕ, ਸਵਰਗ, ਜਨਮ, ਮਰਨ ਇਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ। ਉਹ ਜੀ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਨੇ ਉਹਨਾਂ ਦੇ ਆਪਦੇ ਸਮਝਾਉਣ ਦੇ ਢੰਗ ਸੀ। ਕਈ ਲੋਕ ਇਦਾਂ ਦੀਆਂ ਗੱਲਾਂ ਇਸ ਕਰਕੇ ਕਰ ਦਿੰਦੇ ਨੇ ਜਿਵੇਂ ਕਿ ਸਮਾਜ 'ਚ ਇੱਕ ਤਰੀਕੇ ਦਾ ਸਿਸਟਮ ਜਿਹਾ ਪੈਦਾ ਕੀਤਾ ਜਾ ਸਕੇ ਤਾਂ ਕਿ ਕੋਈ ਗਲਤ ਕੰਮ ਨਾ ਕਰ ਸਕੇ। ਇਸ ਕਰਕੇ ਇਦਾਂ ਦੇ ਜਿਹੜੇ ਪ੍ਰਮਾਤਮਾ ਨੇ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਜਿਹੜਾ ਅਸਲ ਪ੍ਰਮਾਤਮਾ ਵਾ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜੇ ਆਪਾਂ ਕਰੀਏ ਕਿ ਕਰਮਾਂ ਦਾ ਹਿਸਾਬ ਕਿਤਾਬ ਪ੍ਰਮਾਤਮਾ ਰੱਖਦਾ ਤਾਂ ਉਹ ਇਦਾਂ ਨਹੀਂ ਹੈਗਾ। ਆ ਜਿਹੜਾ ਸਿਸਟਮ ਆ ਸਾਡੇ ਆਲੇ ਦੁਆਲੇ ਜਿਹਨੂੰ ਕੁਦਰਤ ਕਹਿ ਦਿੰਦੇ ਆ ਅਸੀਂ, ਇਹੀ ਕਰਮਾਂ ਦਾ ਹਿਸਾਬ ਕਿਤਾਬ ਰੱਖਦੀ ਹੁੰਦੀ ਹੈ ਜੀ। ਜੀ। ਨਹੀਂ, ਪਰ ਕੁਦਰਤ ਤਾਂ ਜਿਵੇਂ ਕਹੋ ਮਹਿਸੂਸ ਕੀਤੀ ਜਾ ਸਕਦੀ ਹੈ, ਪਰ ਪ੍ਰਮਾਤਮਾ ਤਾਂ ਲਗਭਗ ਅਜੇ ਤੱਕ ਲੋਕ ਦੂਰ ਨੇ। ਕੁਦਰਤ ਤੇ ਤਾਂ ਪਤਾ ਨਜ਼ਦੀਕ ਰਹਿ ਰਹੇ ਨੇ। ਤੁਸੀਂ ਕਹਿੰਦੇ ਪ੍ਰਮਾਤਮਾ ਤੇ ਕੁਦਰਤ ਇੱਕ ਹੀ ਹੈ। ਬਿਲਕੁਲ ਜੀ, ਪ੍ਰਮਾਤਮਾ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਹਰ ਥਾਂ ਹੀ ਆ। ਜੇ ਮੈਂ ਕਿਸੇ ਚੀਜ਼ ਨੂੰ ਮਹਿਸੂਸ ਕਰਨਾ ਹੋਇਆ ਤਾਂ ਮੈਨੂੰ ਉਹ ਚੀਜ਼ ਆਪਣੇ ਤੋਂ ਅਲੱਗ ਚਾਹੀਦੀ ਹੈ ਕਿਉਂਕਿ ਪ੍ਰਮਾਤਮਾ ਹਰ ਥਾਂ ਹੀ ਹੈ। ਇਸ ਕਰਕੇ ਉਹਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ। ਤੇ ਰਹੀ ਗੱਲ ਕਿ ਮੈਨੂੰ ਪ੍ਰਮਾਤਮਾ ਬਾਰੇ ਪਤਾ, ਤਾਂ ਇਹ ਆਪਣੇ ਆਪ 'ਚ ਇੱਕ ਹਾਸੇ ਵਾਲੀ ਗੱਲ ਆ ਕਿ ਮੈਨੂੰ ਕਿਵੇਂ ਪ੍ਰਮਾਤਮਾ ਬਾਰੇ ਪਤਾ ਹੋ ਸਕਦਾ। ਮੈਂ ਵੀ ਤਾਂ ਇੱਕ ਬੰਦਾ ਹੀ ਆ। ਤੇ ਪ੍ਰਮਾਤਮਾ ਬਾਰੇ ਵੈਸੇ ਕਿਸੇ ਨੂੰ ਕੁਝ ਨਹੀਂ ਪਤਾ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਕਿ ਸਾਡੀ ਜਿਹੜੀ ਚਾਹਤ ਆ ਉਹੀ ਪ੍ਰਮਾਤਮਾ ਵਾ। ਇਹ ਇੱਕ ਇੰਡੀਕੇਸ਼ਨ ਮਿਲ ਜਾਂਦੀ ਹੁੰਦੀ ਹੈ ਜਿਹੜਾ ਬੰਦਾ ਉਸ ਨਾਲ ਕਨੈਕਟ ਹੋ ਕੇ ਅਣਜਾਣੇ 'ਚ ਜੀਣ ਲੱਗਦਾ ਵਾ। ਅੱਛਾ, ਦੂਸਰੀ ਗੱਲ ਸੀ ਵੀ ਮਹਿਜ਼ 20 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਜਵਾਨੀ ਦੇ ਵਿੱਚ ਬਹੁਤ ਸਾਰੇ ਜ਼ਿੰਦਗੀ ਦੇ ਲੁਤਫ ਉਠਾਉਂਦੇ ਨੇ, ਤੇ ਪਰ ਤੁਸੀਂ ਆਪਣੀ 20 ਸਾਲ ਦੀ ਉਮਰ ਦੇ ਵਿੱਚ ਹੀ ਅਧਿਆਤਮਵਾਦ ਵੱਲ ਨੂੰ ਤੁਰ ਪਏ। ਕਿਉਂਕਿ ਅਧਿਆਤਮਵਾਦ ਨੂੰ ਤਾਂ ਦੇਖਿਆ ਜਾਵੇ ਤਾਂ ਇਹ ਜਿਹੜੇ ਪ੍ਰੌੜ ਅਵਸਥਾ ਦੇ ਲੋਕ ਹੁੰਦੇ ਨੇ ਜਾਂ ਬਜ਼ੁਰਗ ਕਹਿ ਸਕਦੇ ਹਾਂ ਆਪਾਂ, ਜਾਂ ਇੱਕ ਆਪਣੀ ਜਵਾਨੀ ਦੀ ਦਹਲੀਜ਼ ਤੋਂ ਬਾਅਦ ਪਰਿਵਾਰ ਦੇ ਨਾਲ ਜਾਂ ਹੋਰ ਸਮਾਜ ਦੇ ਵਿੱਚ ਜਿਹੜੇ ਆਪਣੇ ਆਪ ਤਾਣੇ ਬਾਣੇ ਦੇ ਵਿੱਚ ਚੜ ਜੇ ਲੋਕ ਹੁੰਦੇ ਨੇ, ਉਹਨਾਂ ਦਾ ਇਹ ਵਿਸ਼ਾ ਬਣ ਜਾਂਦਾ। ਉਹ ਸ਼ਾਂਤੀ, ਸਕੂਨ ਜਾਂ ਹੋਰ ਮੁਕਤੀ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਚਾਹੁੰਦੇ ਨੇ। ਤੁਸੀਂ 20 ਸਾਲ ਦੀ ਉਮਰ ਦੇ ਵਿੱਚ ਹੀ ਇੱਧਰ ਨੂੰ ਕਿਉਂ ਆਪਣੇ ਆਪ ਨੂੰ ਤੋਰਿਆ? ਜਿਵੇਂ ਅਸੀਂ ਗੱਲ ਕਰਦੇ ਹਾਂ ਜੀ ਪ੍ਰਸਾਦ ਦੀ, ਬਖਸ਼ਿਸ਼ ਦੀ, ਕਿ ਪ੍ਰਮਾਤਮਾ ਬਖਸ਼ਿਸ਼ ਕਰਦਾ ਸਾਡੇ ਤੇ। ਮੇਰੇ ਲਈ ਆਹੀ ਬਖਸ਼ਿਸ਼ ਹੈ ਜੀ ਕਿ ਮੈਨੂੰ ਕਾਫੀ ਟਾਈਮ ਪਹਿਲਾਂ ਹੀ ਇਹਦੇ ਬਾਰੇ ਸਮਝ ਲੱਗ ਚੁੱਕੀ ਸੀ ਕਿ ਜੇ ਮੈਂ ਕੁਝ ਜ਼ਿੰਦਗੀ 'ਚ ਕਰ ਵੀ ਲਿਆ ਤਾਂ ਵੀ ਕੀ ਮੇਰੇ ਅੰਦਰ ਉਹ ਸ਼ਾਂਤੀ ਆਏਗੀ ਜਾਂ ਨਹੀਂ। ਜਿਵੇਂ ਕਿ ਸਾਨੂੰ ਜਦੋਂ ਜਵਾਨੀ ਦੀ ਉਮਰ ਹੁੰਦੀ ਆ ਤਾਂ ਅਸੀਂ ਕੀ ਕਰਦੇ ਹਾਂ, ਜੋ ਚਾਹਤਾਂ ਕੁਦਰਤ ਵੱਲੋਂ ਆਉਂਦੀਆਂ ਨੇ, ਜਿਵੇਂ ਕਿ ਗੱਡੀ ਲੈ ਲਾਂ, ਮੈਂ ਪੈਸੇ ਕਮਾ ਲਾਂ, ਜਾਂ ਕੁਝ ਹੋਰ ਵੀ ਇਦਾਂ ਦਾ ਚਾਹਤਾਂ ਆ ਜਾਂਦੀਆਂ ਨੇ, ਅਸੀਂ ਕੀ ਕਰਦੇ ਹਾਂ ਉਹਦੇ 'ਚ ਉਲਝ ਜਾਂਦੇ ਹਾਂ। ਤੇ ਫਿਰ ਬਾਅਦ 'ਚ ਸਾਨੂੰ ਲੱਗਦਾ ਕਿ ਆਹ ਸਭ ਕੁਝ ਪ੍ਰਾਪਤ ਕਰਕੇ ਤਾਂ ਕੁਝ ਲੱਗ ਹੀ ਨਹੀਂ ਰਿਹਾ ਕਿ ਕੁਝ ਪ੍ਰਾਪਤ ਕੀਤਾ। ਹੁਣ ਮੈਂ ਇਸ ਚੀਜ਼ ਨੂੰ ਇੱਕ ਤਰੀਕੇ ਦੀ ਬਖਸ਼ਿਸ਼ ਹੀ ਕਹਿ ਸਕਦਾ ਕਿ ਉਹਦੀ ਬਖਸ਼ਿਸ਼ ਹੀ ਆ ਕਿ ਮੈਨੂੰ ਕਾਫੀ ਟਾਈਮ ਪਹਿਲਾਂ ਤੋਂ ਹੀ ਇਹ
ਮਹਿਸੂਸ ਜਿਹਾ ਹੋਣ ਲੱਗ ਗਿਆ ਸੀ ਕਿ ਇਹ ਜੇ ਮੈਂ ਇਸ ਪਾਸੇ ਜਾਊਂਗਾ ਤਾਂ ਕੁਝ ਜ਼ਿਆਦਾ ਕੁਝ ਮੈਂ ਹਾਸਲ ਮੈਨੂੰ ਕਰਕੇ ਵੀ ਮੈਨੂੰ ਸਕੂਨ ਨਹੀਂ ਮਿਲਣਾ, ਕਿਉਂ ਨਾ ਮੈਂ ਹੁਣੇ ਤੋਂ ਇਹਦੇ ਬਾਰੇ ਥੋੜਾ ਬਹੁਤ ਟਰਾਈ ਜਿਹਾ ਕਰ ਲਾਂ। ਅੱਛਾ, ਜਿਹੜਾ ਅਧਿਆਤਮਵਾਦ ਹੈ ਇਹਦੇ ਤੁਹਾਡਾ ਜਿਹੜਾ ਵਿਸ਼ਾ ਹੈ ਇਹਦਾ ਤਾਂ ਜਿਹੜੇ ਪ੍ਰੌੜ ਅਵਸਥਾ ਦੇ ਵਿਅਕਤੀ ਨੇ ਜਾਂ ਇਹ ਚਾਹੁੰਦੇ ਨੇ ਜਿਹੜੇ ਆਤਮਾ ਪਰਮਾਤਮਾ ਦੇ ਨਾਲ ਲੀਨ ਨੂੰ ਜਾਂ ਕੁਦਰਤ ਦੇ ਨਾਲ ਇੱਕਮਿਕ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਤਾਂ ਇਸ ਵਿਸ਼ੇ ਦਾ ਫਾਇਦਾ ਹੋ ਸਕਦਾ। ਤੇ ਅਸੀਂ ਗੱਲ ਨੌਜਵਾਨਾਂ ਦੀ ਕੀਤੀ ਹੈ ਜਿਹੜੇ ਨਸ਼ਿਆਂ ਵੱਲ ਜਾ ਰਹੇ ਨੇ ਤੇ ਹੋਰ ਸਮਾਜਿਕ ਬੁਰਾਈਆਂ ਵੱਲ ਜਾ ਰਹੇ ਨੇ, ਤੇ ਉਹਨਾਂ ਨੂੰ ਇਹਦਾ ਅਧਿਆਤਮਵਾਦ ਦਾ ਕੋਈ ਫਾਇਦਾ ਮਿਲ ਸਕਦਾ? ਵੈਸੇ ਜੀ ਜਿਵੇਂ ਕਿ ਕੋਈ ਬੰਦਾ ਕਿਸੇ ਲਾਈਨ 'ਚ ਚੱਲ ਜਾਂਦਾ, ਮਾੜੇ ਪਾਸੇ ਚੱਲ ਜਾਂਦਾ, ਕੋਈ ਸਹੀ ਪਾਸੇ ਚੱਲ ਜਾਂਦਾ, ਵੈਸੇ ਆਟੋਮੈਟਿਕਲੀ ਹੁੰਦਾ ਵਾ। ਇਹਦਾ ਇਹ ਹੀ ਨਹੀਂ ਆਪਾਂ ਉਹਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ। ਹਕੀਕਤ ਦੇ ਤੌਰ ਤੇ ਦੇਖੀਏ ਤਾਂ ਉਹ ਜ਼ਿੰਮੇਵਾਰ ਨਹੀਂ ਹੈਗਾ, ਪਰ ਜੇ ਅਸੀਂ ਸਮਾਜਿਕ ਤੌਰ ਤੇ ਦੇਖੀਏ ਤਾਂ ਉਹਨੂੰ ਆਪਾਂ ਜ਼ਿੰਮੇਵਾਰ ਕਹਿੰਦੇ ਹੁੰਨੇ ਆ। ਤੇ ਜੇ ਆਪਾਂ ਅਧਿਆਤਮਵਾਦ ਦੀ ਗੱਲ ਕਰੀਏ ਤਾਂ ਇਹਦੇ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ। ਚਾਹੇ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਇਹਨਾਂ ਫਾਇਦਾ ਮਿਲ ਸਕਦਾ, ਪਰ ਨਹੀਂ ਮਿਲ ਸਕਦਾ ਜਦ ਤੱਕ ਉਸ ਦੇ ਅੰਦਰ ਖੁਦ ਇਹ ਇਨਸਪੀਰੇਸ਼ਨ ਨਹੀਂ ਆਉਂਦੀ ਕਿ ਮੈਂ ਅਧਿਆਤਮਵਾਦ ਵੱਲ ਜਾਣਾ, ਜਾਂ ਉਹਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜਿਸ ਪਾਸੇ ਮੈਂ ਲੱਗਿਆ ਹੋਇਆ ਉਹਦਾ ਕੋਈ ਫਾਇਦਾ ਨਹੀਂ ਹੈਗਾ। ਅੱਛਾ, ਨੌਜਵਾਨਾਂ ਨੂੰ ਅਧਿਆਤਮਵਾਦ ਵੱਲ ਜਾਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਜਿਵੇਂ ਤੁਸੀਂ ਹਮੇਸ਼ਾ ਸ਼ਾਂਤ ਸੁਭਾਅ ਦੇ ਰਹਿੰਦੇ ਹੋ ਤੇ ਹਮੇਸ਼ਾ ਪੋਜ਼ਿਟਿਵ ਆਪਣੀ એનર્ਜੀ ਰੱਖਦੇ ਹੋ, ਤੇ ਨੌਜਵਾਨ ਜਿਹੜੇ ਕਿ ਪਤਾ ਨਹੀਂ ਕਿੱਥੇ ਕਿੱਥੇ ਘੁੰਮੀ ਜਾਂਦੇ ਨੇ, ਉਹਨਾਂ ਦੇ ਮਾਈਂਡ ਬੜੇ ਇੱਧਰ ਉੱਧਰ ਅਚੇਤਨ ਹੋਏ ਪਏ ਨੇ, ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਾਂਦੇ ਹਨ? ਇਹਦੇ ਬਾਰੇ ਮੈਂ ਥੋੜੀ ਜੀ ਗੱਲ ਸ਼ੇਅਰ ਕਰੂੰਗਾ ਕਿ ਜਿਵੇਂ ਸਾਡਾ ਆਪਾਂ ਕਹਿੰਦੇ ਇੱਕ ਤਰੀਕੇ ਨਾਲ ਉਹਨਾਂ ਦਾ ਮਨ ਹੀ ਜਾ ਰਿਹਾ ਉਧਰ ਨੂੰ, ਇਹ ਆਪਾਂ ਆਮ ਭਾਸ਼ਾ 'ਚ ਕਹਿ ਦਿੰਦੇ ਆ। ਹੁਣ ਇੱਥੇ ਆਪਾਂ ਥੋੜਾ ਜਿਹਾ ਮਨ ਤੇ ਵੀ ਗੱਲ ਕਰ ਲੈਂਦੇ, ਜਿਵੇਂ ਕਿ ਜਿਹੜਾ ਜਿਹਨੂੰ ਆਪਾਂ ਮਨ ਕਹਿੰਦੇ ਆ, ਸਾਡਾ ਇੱਕ ਸਰੀਰ ਆ, ਇਹ ਸਰੀਰ ਕੀ ਕਰਦਾ, ਇਹ ਮਹਿਸੂਸ ਕਰਦਾ ਵਾ ਜਿਵੇਂ ਇਹਨੂੰ ਕੋਈ ਅਨੁਭਵ ਹੁੰਦਾ ਵਾ। ਜੇਕਰ ਇਹਨੂੰ ਉਸ ਅਨੁਭਵ ਨਾਲ ਚੰਗਾ ਮਹਿਸੂਸ ਹੋਇਆ ਫਿਰ ਤਾਂ ਇਹ ਸਰੀਰ ਦੁਬਾਰਾ ਉਸ ਅਨੁਭਵ ਨੂੰ ਚਾਹੇਗਾ। ਜੇ ਮਾੜਾ ਮਹਿਸੂਸ ਹੋਇਆ ਫਿਰ ਉਹਦੇ ਤੋਂ ਦੂਰੀ ਇਹ ਚਾਹੇਗਾ। ਤੇ ਇਸੇ ਤਰੀਕੇ ਨਾਲ ਮਨ ਕੰਮ ਕਰਦਾ ਹੁੰਦਾ। ਜਿਵੇਂ ਸਾਨੂੰ ਚੰਗਾ ਮਹਿਸੂਸ ਹੋਇਆ ਤਾਂ ਉਹ ਮੈਮਰੀ ਦਿਮਾਗ 'ਚ ਕ੍ਰੀਏਟ ਹੋ ਗਈ, ਤੇ ਸਰੀਰ ਕੀ ਕਹੇਗਾ ਕਿ ਮੈਂ ਫਿਰ ਤੋਂ ਉੱਥੇ ਹੀ ਜਾਣਾ ਜਿੱਥੇ ਮੈਨੂੰ ਚੰਗਾ ਮਹਿਸੂਸ ਹੋਇਆ। ਇੱਥੇ ਨੌਜਵਾਨਾਂ ਨੂੰ ਇਹ ਦੇਖਣ ਦੀ ਲੋੜ ਆ ਕਿ ਉਹ ਇੱਕ ਤਰੀਕੇ ਨਾਲ ਟ੍ਰੈਪ 'ਚ ਫਸੇ ਹੋਏ ਨੇ। ਉਹ ਕੀ ਕਰਨ, ਉਹ ਪਹਿਲਾਂ ਨਿਊਟਰਲ ਹੋਣ। ਨਿਊਟਰਲ ਜਦੋਂ ਹੋਣਗੇ ਉਹ ਦੇਖਣਗੇ ਜੋ ਜਿੱਦਾਂ ਦਾ ਵੀ ਉਹਨਾਂ ਦੀ ਕੁਦਰਤ ਆ, ਉਹਨੂੰ ਇਹ ਨਾ ਦੇਖਣ ਕਿ ਇਹ ਗਲਤ ਆ ਜਾਂ ਸਹੀ ਆ, ਬਸ ਉਹ ਦੇਖਣ ਕਿ ਜਦੋਂ ਜਿਵੇਂ ਮੈਨੂੰ ਨਸ਼ਿਆਂ ਵੱਲ ਉਹ ਮੇਰਾ ਲਗਾਵ ਆ, ਹੁਣ ਸਰੀਰ ਨੂੰ ਨਸ਼ਾ ਚੰਗਾ ਲੱਗ ਰਿਹਾ ਇਸ ਕਰਕੇ ਮੈਂ ਉਧਰ ਨੂੰ ਜਾ ਰਿਹਾ। ਅਸਲ 'ਚ ਨਸ਼ੇ 'ਚ ਕੁਝ ਵੀ ਇਦਾਂ ਦਾ ਖਾਸ ਨਹੀਂ ਹੈਗਾ, ਪਰ ਉਹ ਸਰੀਰ ਦਾ ਜਿਹੜਾ ਕੁਦਰਤ ਆ ਸਰੀਰ ਦੀ, ਉਹ ਨਸ਼ੇ ਨੂੰ ਵਧੀਆ ਮੰਨ ਰਹੀ ਆ। ਮਤਲਬ ਨਸ਼ਾ ਉਹਦੇ ਲਈ ਇੱਕ ਸੁੱਖ ਭਰਿਆ ਵਾ। ਇਸ ਹਕੀਕਤ ਨੂੰ ਉਹਨਾਂ ਨੂੰ ਦੇਖਣ ਦੀ ਲੋੜ ਆ। ਮਤਲਬ ਕਿ ਇੱਥੇ ਸਮਝ ਕੰਮ ਕਰਦੀ ਆ, ਇਸ ਤੋਂ ਇਲਾਵਾ ਕੋਈ ਸੋਲੂਸ਼ਨ ਹੈ ਹੀ ਨਹੀਂ ਇਹਦਾ। ਜਾਂ ਤਾਂ ਉਹ ਇਹ ਦੇਖਣ ਕਿ ਅਸੀਂ ਜੇ ਨਸ਼ੇ ਦੀ ਪੂਰਤੀ ਵੀ ਕਰ ਰਹੇ ਹਾਂ ਤਾਂ ਕਾਹਦੇ ਲਈ ਕਰ ਰਹੇ ਹਾਂ। ਜਿਵੇਂ ਮੈਂ ਦੇਖਿਆ ਹੁੰਦਾ ਜਿਹੜੇ ਨਸ਼ੇ ਕਰਦੇ ਉਹ ਬਸ ਲੰਮੇ ਪਏ ਹੁੰਦੇ ਆ। ਮਤਲਬ ਇੱਕ ਤਰੀਕੇ ਨਾਲ ਉਹ ਕੀ ਕਰ ਰਹੇ ਨੇ, ਉਹ ਸੰਸਾਰ ਤੋਂ ਅਲੱਗ ਹੋ ਰਹੇ ਨੇ ਤੇ ਆਪਦੇ ਆਪ 'ਚ ਬਸ ਸੁੱਖ 'ਚ ਉਹ ਲਿਟੇ ਰਹਿੰਦੇ ਨੇ। ਹੁਣ ਇੱਥੋਂ ਇੱਕ ਗੱਲ ਫਿਰ ਤੋਂ ਕਲੀਅਰ ਹੋ ਜਾਂਦੀ ਹੈ, ਸਾਡੀ ਚਾਹਤ ਜਿਹੜੀ ਉਹ ਪੋਸੀਬਿਲਿਟੀ ਉਹ ਚਾਹੁੰਦੀ ਕੀ ਆ, ਉਹ ਅਸਲ 'ਚ ਸ਼ਾਂਤੀ ਹੀ ਚਾਹੁੰਦੀ ਆ। ਉਹ ਚਾਹੁੰਦੀ ਆ ਜਿਹੜਾ ਸੰਸਾਰ ਹੈ ਉਹ ਤੋਂ ਖਹਿੜਾ ਛੁੱਟੇ ਥੋੜੀ ਦੇਰ ਲਈ ਤੇ ਮੈਂ ਸ਼ਾਂਤ ਹੋ ਜਾ। ਤੇ ਇੱਥੇ ਨੌਜਵਾਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜੇ ਅਸੀਂ ਇਹੋ ਚਾਹੁੰਦੇ ਸਾਨੂੰ ਸਮਝ ਵੀ ਲੱਗ ਰਿਹਾ ਤਾਂ ਉਹਦਾ ਤਰੀਕਾ ਬਦਲਿਆ ਜਾਵੇ। ਨਹੀਂ, ਇਹਦੇ ਲਈ ਤਾਂ ਫਿਰ ਅਧਿਆਤਮਵਾਦ ਬਹੁਤ ਜ਼ਿਆਦਾ ਸਾਰਥਕ ਹੋ ਸਕਦਾ। ਨਸ਼ਿਆਂ ਤੋਂ ਨੌਜਵਾਨ ਜਿਹੜੇ ਆਪਣੇ ਆਪ ਨੂੰ ਦੂਰ ਵੀ ਹੋ ਸਕਣ ਤੇ ਕੁਦਰਤ ਤੇ ਪ੍ਰਮਾਤਮਾ ਨੂੰ ਵੀ ਜਾਣ ਸਕਣ। ਵੈਸੇ ਉਹ ਜਾਣ ਨੂੰ ਤਾਂ ਸਕਦੇ ਨੇ, ਪਰ ਉਹਨਾਂ ਦੀ ਉਤਸੁਕਤਾ ਇਹਦੇ 'ਚ ਰਹੇਗੀ ਜਾਂ ਨਹੀਂ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਆ। ਕਿਉਂਕਿ ਵੈਸੇ ਤਾਂ ਜ਼ਿਆਦਾਤਰ ਜਿਹੜੇ ਨੌਜਵਾਨ ਮੈਂ ਦੇਖੇ ਨੇ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਆ, ਉਹ ਇਹਦੇ 'ਚ ਉਤਸੁਕ ਦਿਖਾਈ ਦਿੰਦੇ ਨੇ, ਪਰ ਘੱਟ ਹੁੰਦੇ ਨੇ ਉਹ ਨੌਜਵਾਨ ਜਿਹੜੇ ਨਹੀਂ ਦਿਖਾਈ ਦਿੰਦੇ। ਕਿਤੇ ਨਾ ਕਿਤੇ ਹੋ ਸਕਦਾ ਇਹ ਫਾਇਦਾ ਵੀ ਦਿੰਦਾ ਹੋਵੇ। ਤੇ ਇਧਰ ਨੂੰ ਚੱਲਣ ਅਧਿਆਤਮਵਾਦ ਵੱਲ ਨੂੰ ਤੇ ਨੌਜਵਾਨਾਂ ਨੂੰ ਇਸ ਬਾਰੇ ਕੋਈ ਨੁਕਤਾ ਸਾਂਝਾ ਕਰੋਗੇ ਤਾਂ ਕਿ ਉਹ ਜਿਹੜੀਆਂ ਸਮਾਜਿਕ ਬੁਰਾਈਆਂ ਨੇ, ਜਾਂ ਲੁੱਟਾਂ ਖੋਹਾਂ, ਡਕੈਤੀਆਂ, ਚੋਰੀ ਡਕੈਤੀ, ਜਾਂ ਕਿਸੇ ਨਾਲ ਧੋਖੇਬਾਜ਼ੀ, ਨਸ਼ੇ ਹੋਰ ਐਰਾ ਵਗੈਰਾ, ਤੇ ਇਹਨਾਂ ਤੋਂ ਦੂਰ ਹਟ ਕੇ ਉਹ ਥੋੜਾ ਬਹੁਤਾ ਆਪਣੇ ਆਪ ਨੂੰ ਅਧਿਆਤਮਵਾਦ ਵੱਲ ਲਗਾ ਕੇ ਆਪਣਾ ਤੇ ਆਪਣੇ ਸਮਾਜ ਦਾ ਜਿਹੜਾ ਉਹ ਹਰ ਪੱਖੋਂ ਭਲਾ ਕਰ ਸਕਣ? ਇਹਦੇ ਲਈ ਜੀ ਉਹਨਾਂ ਨੂੰ ਇੱਕ ਸੁਝਾਅ ਵੈਸੇ ਦੇਣਾ ਬਣਦਾ ਕਿ ਉਹ ਥੋੜਾ ਜਿਹਾ ਚਿੰਤਨ ਕਰਨ ਇਕੱਲੇ ਬੈਠ ਕੇ। ਇਹ ਚਿੰਤਨ ਜਿਹੜਾ ਵਾ ਉਹਨਾਂ ਨੂੰ ਫਾਇਦਾ ਦੇ ਸਕਦਾ। ਜਿਵੇਂ ਉਹ ਦੇਖਣ ਕਿ ਜੇ ਮੈਂ ਕੋਈ ਗਲਤ ਕੰਮ ਕਰਦਾ ਤਾਂ ਉਹਦਾ ਕਾਰਨ ਕੀ ਹੁੰਦਾ ਵਾ,
ਫਿਰ ਉਹਨਾਂ ਨੂੰ ਜੇ ਉਹ ਚਿੰਤਨ ਠੀਕ ਤਰੀਕੇ ਨਾਲ ਕਰਨਗੇ ਬਿਨਾਂ ਇਹ ਦੇਖੇ ਕਿ ਉਹ ਗਲਤ ਨੇ ਜਾਂ ਚੰਗੇ ਨੇ, ਕਿਉਂਕਿ ਜੇ ਉਹ ਇਹ ਦੇਖਣਗੇ ਕਿ ਅਸੀਂ ਤਾਂ ਗਲਤ ਆ, ਫਿਰ ਉਹ ਉਹਨਾਂ ਦੇ ਅੰਦਰ ਗਿਲਟ ਪੈਦਾ ਕਰੇਗਾ ਤੇ ਉਹਨਾਂ ਨੂੰ ਚਿੰਤਨ ਆ ਜਿਹੜਾ ਉਹ ਸੋਚ ਵਿਚਾਰ ਆ ਜਿਹੜੀ ਉਹ ਕਰਨ ਨਹੀਂ ਦੇਗਾ। ਇਸ ਕਰਕੇ ਪਹਿਲਾਂ ਚਿੰਤਨ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਜੇ ਮੈਂ ਗਲਤ ਕਰਦਾ ਇਹਦਾ ਪਿੱਛੇ ਕਾਰਨ ਕੀ ਆ, ਕਿਵੇਂ ਮੇਰੇ ਅੰਦਰ ਵਿਚਾਰ ਆਉਂਦੇ ਆ, ਕਿਵੇਂ ਮੈਂ ਇੱਕ ਤਰੀਕੇ ਨਾਲ ਉਲਝਾ ਹੋਇਆ ਆਪਦੀ ਹੀ ਕੁਦਰਤ 'ਚ। ਇਹ ਜਦੋਂ ਉਹਨਾਂ ਨੂੰ ਕਲੈਰੀਫਿਕੇਸ਼ਨ ਹੋਏਗੀ, ਜਾਂ ਫਿਰ ਉਹ ਜਿਹੜਾ ਬੰਦਾ ਵਾ ਜਿਹੜਾ ਚਿੰਤਨ ਵਧੀਆ ਕਰ ਸਕਦਾ ਉਹਨੇ ਡਿਸਕਸ਼ਨ ਕਰ ਸਕਦੇ ਨੇ। ਇਹ ਜਿਹੜੀ ਡਿਸਕਸ਼ਨ ਆ ਇਹ ਉਹਨਾਂ ਲਈ ਮਦਦਗਾਰ ਸਾਬਤ ਹੋਏਗੀ। ਜੀ ਹਰਸ਼ਿਤ ਜੀ, ਸਮਾਂ ਬਹੁਤ ਜ਼ਿਆਦਾ ਹੋ ਗਿਆ ਤੇ ਇਸ ਕਰਕੇ ਅਸੀਂ ਹੁਣ ਜਿਹੜਾ ਤੁਹਾਡੇ ਤੋਂ ਤੇ ਦਰਸ਼ਕਾਂ ਤੋਂ ਇਜਾਜ਼ਤ ਜਾਣ ਦੀ ਲਵਾਂਗੇ। ਤੇ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਅਗਲੀ ਚਰਚਾ ਜਿਹੜੀ ਹਰਸ਼ਦੀਪ ਸਿੰਘ ਨਾਲ ਉਹਨਾਂ ਦਾ ਜਿਹੜਾ ਆਰਟੀਕਲ ਆ, ਲੇਖ ਆ, ਜੇ ਰੱਬ ਇੱਕ ਕਲਪਨਾ ਹੈ ਤਾਂ ਇਹ ਵਿਚਾਰ ਕਿੱਥੋਂ ਆਇਆ, ਤੇ ਇਸ ਦੇ ਉੱਤੇ ਅਸੀਂ ਜਲਦ ਕਰਾਂਗੇ। ਤੇ ਤਦ ਤੱਕ ਦਿਓ ਇਜਾਜ਼ਤ। ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।